हाँ जी, सत श्री अकाल जी सारिਆਂ ਨੂੰ। ਤੇ ਮਲੂਕਾ IAS ਦੀਆਂ ਕਰੰਟ ਅਫੇਅਰਸ ਦੀ 16th ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪਹਿਲੀ ਗੱਲ ਤਾਂ ਵੀ ਅੱਜ ਇਹ ਸਾਡਾ ਜੋ ਲੈਕਚਰ ਆ ਨਾ ਇਹ ਲਾਈਵ ਨਹੀਂ ਹੈ, ਇਹ ਰਿਕਾਰਡਡ ਕਲਾਸ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਕੁਝ ਰੀਜ਼ਨਸ ਕਰਕੇ ਕਲਾਸ ਲਾਈਵ ਨਹੀਂ ਹੋ ਪਾਈ। ਸੋ ਇਹਦੇ ਵਿੱਚ ਅੱਜ ਆਪਾਂ ਜੋ ਕੁਐਸਚਨਸ ਨੇ, ਜਿਵੇਂ ਆਪਾਂ ਡੇਲੀ ਬੇਸਿਸ ਤੇ ਜੋ ਵੀ ਟੌਪਿਕਸ ਕਵਰ ਕਰਦੇ ਹਾਂ ਉਹਦੇ ਨਾਲ ਪਹਿਲਾਂ ਕੁਐਸਚਨ ਪੁੱਛਦੇ ਹਾਂ ਤੇ ਕੁਐਸਚਨ ਬਾਰੇ ਆਪਾਂ ਥੋੜਾ ਉਹਦਾ ਆਨਸਰ ਵੀ ਟੌਪਿਕ ਕਵਰ ਕਰਨ ਦੇ ਬਾਅਦ ਡਿਸਕਸ ਕਰਦੇ ਹਾਂ। ਬਟ ਅੱਜ ਕੁਐਸਚਨ ਤੁਹਾਡੇ ਲਈ ਅੱਜ ਵੀ ਨੇ, ਬਟ ਅੱਜ ਉਹ ਕੁਐਸਚਨ ਡਿਸਕਸ ਨਹੀਂ ਹੋਣੇ ਬਾਅਦ ਚੋਂ, ਕਿਉਂਕਿ ਕਲਾਸ ਲਾਈਵ ਨਹੀਂ ਹੈ। ਤੁਹਾਡੇ ਆਨਸਰ ਮੇਰੇ ਕੋਲੇ ਥੋੜਾ ਲੇਟ ਪਹੁੰਚਣਗੇ। ਸੋ ਤੁਸੀਂ ਸਾਰਿਆਂ ਨੇ ਜਦੋਂ ਵੀ ਇਸ ਵੀਡੀਓ ਨੂੰ ਦੇਖੋਗੇ ਜੋ ਵੀ ਕੁਐਸਚਨਸ ਨੇ ਉਹਨਾਂ ਨੂੰ ਜ਼ਰੂਰ ਆਨਸਰ ਕਰਿਓ ਤੇ ਉਹਨਾਂ ਨੂੰ ਆਪਾਂ ਜਾਂ ਤਾਂ ਕਹਿ ਲਓ ਵੀ ਇਸ ਵੀਡੀਓ ਦੇ ਨੀਚੇ ਜੋ ਸਾਡੇ ਕਮੈਂਟ ਸੈਕਸ਼ਨ ਹੋ ਉਹਦੇ 'ਚ ਉਹਦਾ ਆਨਸਰ ਤੁਹਾਨੂੰ ਦੱਸ ਦਿਆਂਗੇ, ਨਹੀਂ ਫਿਰ ਆਪਣੀ ਜੋ ਨੈਕਸਟ ਕਲਾਸ ਲਾਈਵ ਹੋਊ ਉਹਦੇ 'ਚ ਆਪਾਂ ਇਹ ਸਿਰਫ ਕੁਐਸਚਨਸ ਨੂੰ ਡਿਸਕਸ ਕਰ ਲਾਂਗੇ ਬਿਫੋਰ ਸਟਾਰਟਿੰਗ ਆਰ ਨੈਕਸਟ ਲੈਕਚਰ। ਠੀਕ ਹੈ ਜੀ। ਤੇ ਜਿਵੇਂ ਆਪਾਂ ਡੇਲੀ ਕਰੰਟ ਅਫੇਅਰਸ ਦੀਆਂ ਕਲਾਸਿਸ ਲੈ ਰਹੇ ਹਾਂ ਉਸੇ ਸੀਰੀਜ਼ ਦੇ ਵਿੱਚ ਅੱਜ ਸਾਡਾ 16th ਲੈਕਚਰ ਆ। ਕੁਝ ਇੰਪੋਰਟੈਂਟ ਟੌਪਿਕਸ ਜੋ ਪਿਛਲੇ 1-2 ਦਿਨਾਂ ਦੇ ਵਿੱਚ ਵਿਦ ਰਿਸਪੈਕਟ ਟੂ ਇੰਡੀਆ ਜਾਂ ਵਰਲਡ ਲੈਵਲ ਦੇ ਵੀ ਕਹਿ ਲਈਏ ਵੀ ਜਿਹੜੇ ਸਾਡੇ ਪੇਪਰ ਲਈ ਰੈਲੇਵੈਂਟ ਨੇ ਉਹਨਾਂ ਦੇ ਵਿੱਚੋਂ 4-5 ਟੌਪਿਕਸ ਅੱਜ ਆਪਾਂ ਇੱਥੇ ਡਿਸਕਸ ਕਰਾਂਗੇ। ਸੋ ਸਾਡਾ ਪਹਿਲਾ ਜੋ ਟੌਪਿਕ ਹੈ ਜੀ ਅੱਜ ਦਾ, ਦੈਟ ਇਜ਼ ਲਾਈਨ ਆਫ ਐਕਚੁਅਲ ਕੰਟਰੋਲ। ਠੀਕ ਹੈ ਜੀ। ਤੇ ਇਹਦੇ ਬਾਰੇ ਜੋ ਫਸਟ ਕੁਐਸਚਨ ਹੈ ਦੈਟ ਇਜ਼ Chicken's Neck, an important land corridor of India, lies in which of the following sector of LAC? ਤੁਸੀਂ ਦੱਸਣਾ ਕਿ ਲਾਈਨ ਜੋ ਸਾਡੀ ਲਾਈਨ ਆਫ ਐਕਚੁਅਲ ਕੰਟਰੋਲ ਆ ਉਹਦੇ ਕਿਹੜੇ ਸੈਕਟਰ ਦੇ ਵਿੱਚ ਜੋ ਚਿਕਨਸ ਨੈਕ ਹੈ ਉਹ ਲਾਈ ਕਰਦਾ। ਠੀਕ ਹੈ ਜੀ। ਫਸਟ ਇਜ਼ ਈਸਟਰਨ ਸੈਕਟਰ, ਦੈਨ ਸੈਂਟਰਲ ਸੈਕਟਰ, ਦੈਨ ਵੈਸਟਰਨ ਸੈਕਟਰ ਐਂਡ ਦ ਫੋਰਥ ਵਨ ਇਜ਼ ਨਦਰਨ ਸੈਕਟਰ। ਠੀਕ ਹੈ। ਇਹਦਾ ਆਨਸਰ ਤੁਸੀਂ ਕਮੈਂਟ ਜ਼ਰੂਰ ਕਰਿਓ ਤੇ ਉਹਨੂੰ ਬਾਅਦ ਚੋਂ ਆਪਾਂ ਡਿਸਕਸ ਕਰਾਂਗੇ। ਦੈਨ ਹੁਣ ਆਪਾਂ ਗੱਲ ਕਰੀਏ ਲਾਈਨ ਆਫ ਐਕਚੁਅਲ ਕੰਟਰੋਲ ਨਿਊਜ਼ ਦੇ ਵਿੱਚ ਕਿਉਂ ਆ, ਵਾਈ ਇਜ਼ ਇਨ ਨਿਊਜ਼। ਜਿਵੇਂ ਤੁਸੀਂ ਜਿਹੜੇ ਵੀ ਬੱਚੇ ਨਿਊਜ਼ਪੇਪਰ ਪੜ੍ਹ ਰਹੇ ਹੋ ਤਾਂ ਉਹਨਾਂ ਨੇ ਦੇਖਿਆ ਹੋਣਾ ਜਾਂ ਨਿਊਜ਼ ਦੇਖ ਰਹੇ ਹੋ ਕਿਤੇ ਵੀ ਕਿਸੇ ਵੀ ਮੀਡੀਅਮ ਤੇ, ਤੁਸੀਂ ਚਾਹੇ ਇੰਟਰਨੈਟ ਤੇ ਦੇਖ ਰਹੇ ਹੋ ਜਾਂ ਕੁਝ ਟੀਵੀ ਚੈਨਲਸ ਤੇ ਦੇਖ ਰਹੇ ਹੋ, ਤੁਸੀਂ ਜ਼ਰੂਰ ਦੇਖਿਆ ਹੋਣਾ ਕਿ ਪਿਛਲੇ 2-3 ਦਿਨਾਂ ਤੋਂ ਇੰਡੀਆ ਤੇ ਚਾਈਨੀਜ਼ ਜੋ ਸੋਲਜਰਸ ਨੇ ਨਾ, ਚਾਈਨਾ ਦੀ ਜੋ ਪੀਪਲਜ਼ ਲਿਬਰੇਸ਼ਨ ਆਰਮੀ ਆ ਉਹਦੇ ਜਿਹੜੇ ਸੋਲਜਰਸ ਨੇ ਉਹਨਾਂ ਦੇ ਵਿਚਾਲੇ ਇੱਕ ਛੋਟਾ ਜਿਹਾ ਇੱਕ ਕਨਫਲਿਕਟ ਹੋਇਆ। ਕਿੱਥੇ ਹੋਇਆ ਜੀ? ਉਹ ਹੋਇਆ ਸਾਡੇ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਰੀਸੈਂਟਲੀ ਇੰਡੀਆ ਐਂਡ ਚਾਈਨੀਜ਼ ਟਰੂਪਸ ਹੈਡ ਅ ਬਰੀਫ ਕਲੈਸ਼ ਇਨ ਤਵਾਂਗ। ਵੈਰੀ ਇੰਪੋਰਟੈਂਟ, ਯਾਦ ਰੱਖਿਓ ਜੇ ਤਵਾਂਗ ਹੈ ਨਾ ਇਹ ਅਰੁਣਾਚਲ ਪ੍ਰਦੇਸ਼ 'ਚ, ਤਵਾਂਗ ਰੀਜਨ ਆਫ ਅਰੁਣਾਚਲ ਪ੍ਰਦੇਸ਼ ਅਲੋਂਗ ਦਾ ਲਾਈਨ ਆਫ ਐਕਚੁਅਲ ਕੰਟਰੋਲ। ਤੇ ਚਾਈਨਾ ਇਸ ਰੀਜਨ ਨੂੰ ਕਹਿ ਲਓ ਵੀ ਆਪਣੀ ਟੈਰੀਟਰੀ ਦਾ ਪਾਰਟ ਹੀ ਮੰਨਦਾ ਗਾ, ਮਤਲਬ ਮੰਨਦਾ ਨਹੀਂ ਕਹਿ ਲਓ, ਕਲੇਮ ਕਰਦਾ, ਬਟ ਉਹ ਹੈ ਇੰਡੀਅਨ ਟੈਰੀਟਰੀ ਦਾ। ਸਾਡਾ ਜਿਵੇਂ ਕਹਿ ਲਓ ਅਰੁਣਾਚਲ ਪ੍ਰਦੇਸ਼ ਜੋ ਸਾਡੀ ਇੰਡੀਆ ਦੀ ਸਟੇਟ ਆ ਉਹਦੇ 'ਚ ਲਾਈ ਕਰਦਾ ਤਵਾਂਗ। ਉੱਥੇ ਪਿੱਛੇ ਜੇ ਇਹਨਾਂ 'ਚ ਇੱਕ ਆਪਣੇ ਕੋਲੇ ਕਨਫਲਿਕਟ ਹੋਇਆ ਇੰਡੀਅਨ ਸੋਲਜਰਸ ਤੇ ਚਾਈਨੀਜ਼ ਪੀਪਲਜ਼ ਲਿਬਰੇਸ਼ਨ ਆਫ ਆਰਮੀ, ਉਹਨਾਂ ਦੇ ਸੋਲਜਰਸ ਦੇ ਵਿੱਚ ਕੁਝ ਜਿਹੜੇ ਸੋਲਜਰਸ ਨੇ ਦੋਨੋਂ ਸਾਈਡਸ ਤੇ ਇੰਜਰਡ ਹੋਏ ਨੇ ਉਹਦੇ ਅੰਡਰ। ਠੀਕ ਹੈ ਜੀ। ਇੰਡੀਅਨ ਏਅਰਫੋਰਸ ਆਲਸੋ, ਮਤਲਬ ਕਿ ਉਹ ਬਾਰਡਰ ਦੇ ਉੱਪਰ ਚਾਈਨੀਜ਼ ਜੋ ਅਨਮੈਨਡ ਏਰੀਅਲ ਵਹੀਕਲਸ ਹੁੰਦੇ ਨੇ ਜਿਹਨਾਂ ਨੂੰ ਆਪਾਂ ਡਰੋਨਸ ਕਹਿ ਦਿੰਦੇ ਆ, ਉਹ ਵੀ ਕੁਝ 2-3 ਦਿਨਾਂ ਤੋਂ ਰਿਪੋਰਟ ਕੀਤੇ ਗਏ, ਜਿਨ੍ਹਾਂ ਨੂੰ ਕਾਊਂਟਰ ਕਰਨ ਦੇ ਲਈ ਇੰਡੀਅਨ ਏਅਰਫੋਰਸ ਨੇ ਆਪਣੇ ਫਾਈਟਰ ਜੈਟਸ ਨੂੰ ਵੀ ਉਹਨਾਂ ਨੂੰ ਕਾਊਂਟਰ ਕਰਨ ਦੇ ਲਈ ਯੂਜ਼ ਕੀਤਾ ਪਿਛਲੇ 5-7 ਦਿਨਾਂ ਦੇ ਵਿੱਚ। ਠੀਕ ਹੈ ਜੀ। ਇਹ ਆਪਣੇ ਕੋਲ ਇੰਡੀਅਨ ਆਰਮੀ ਦੀ ਸਟੇਟਮੈਂਟ ਸੀ। ਦੈਨ ਲਾਈਨ ਆਫ ਐਕਚੁਅਲ ਕੰਟਰੋਲ ਹੈ ਕੀ ਹੈ, ਕਿਉਂ ਉੱਥੇ ਕਨਫਲਿਕਟ ਹੈ ਤੇ ਉਹ ਲਾਈਨ ਕੀ ਹੈ? ਲਾਈਨ ਆਫ ਐਕਚੁਅਲ ਕੰਟਰੋਲ ਇਜ਼ ਅ ਡਿਸਪਿਊਟਡ ਲਾਈਨ ਆਫ ਡਿਮਾਰਕੇਸ਼ਨ ਸੈਪਰੇਟਿੰਗ ਇੰਡੀਅਨ ਟੈਰੀਟਰੀ ਫਰੋਮ ਦ ਚਾਈਨੀਜ਼ ਟੈਰੀਟਰੀ। ਠੀਕ ਹੈ ਜੀ। ਪਹਿਲੀ ਗੱਲ ਯਾਦ ਰੱਖਿਓ, ਡਿਸਪਿਊਟਡ ਲਾਈਨ ਹੈ, ਮਤਲਬ ਕਿ ਇਹਦੀ ਪ੍ਰੋਪਰ ਡਿਮਾਰਕੇਸ਼ਨ ਨਹੀਂ ਹੋਈ। ਜੋ ਜਿਸ ਏਰੀਆ ਦੇ ਕਹਿ ਲਓ ਵੀ ਅਲੋਂਗ ਇਹਨੂੰ ਡਿਮਾਰਕੇਟ ਕੀਤਾ ਗਿਆ ਉਹ ਏਰੀਆ ਡਿਸਪਿਊਟਡ ਆ। ਚਾਈਨਾ ਕਹਿੰਦਾ ਸਾਡਾ ਗਾ ਕੁਝ ਉਹਦੇ 'ਚੋਂ ਰੀਜ਼ਨ, ਇੰਡੀਆ ਕਹਿੰਦਾ ਕੁਝ ਪਾਰਟ ਸਾਡਾ ਗਾ। ਸੋ ਦੋਨੋਂ ਹੀ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਪ੍ਰੋਪਰਲੀ ਐਕਸੈਪਟ ਨਹੀਂ ਕਰ ਰਹੇ। ਦੈਟ ਇਜ਼ ਵਾਈ ਦ ਲਾਈਨ ਆਫ ਐਕਚੁਅਲ ਕੰਟਰੋਲ ਇਜ਼ ਡਿਸਪਿਊਟਡ separating Indian territory from Chinese controlled territory. It is divided into 3 sectors. Very important, जो line of actual control आ ਉਹਦੇ total 3 sector ਨੇ ਜੀ। ਕਿਹੜੇ ਨੇ? western sector, then central sector and eastern sector. ਠੀਕ ਹੈ ਜੀ। 3 sector ਨੇ, western, central and eastern.
ਤੇ ਜੇ ਇਹਨਾਂ ਦੇ ਮੈਪ ਦੀ ਜਾਂ ਇਮੇਜ ਦੀ ਗੱਲ ਕਰੀਏ ਉਹ ਮੈਂ ਤੁਹਾਨੂੰ ਦਿਖਾਉਣਾ। ਆ ਦੇਖੋ ਜਿਵੇਂ ਆਹ ਰੀਜ਼ਨ ਹੈ ਹੁਣ ਆ ਐਕਸਾਈ, ਇਹਨੂੰ ਕਹਿੰਦੇ ਆ ਅਕਸਾਈ ਚਿਨ, ਜੋ ਓਰੀਜਨਲੀ ਜੰਮੂ ਕਸ਼ਮੀਰ ਦੇ ਵਿੱਚ ਆ ਬਟ ਉਹ ਚਾਈਨਾ ਨੇ ਆਕਿਊਪਾਈ ਕਰ ਰੱਖਿਆ ਅਕਸਾਈ ਚਿਨ। ਤੇ ਆ ਜਿਹੜਾ ਪਾਰਟ ਆ, ਜਿਹੜੀ ਆਹ ਲਾਈਨ ਆ ਯੈਲੋ ਵਾਲੀ ਲਾਈਨ ਇੱਥੇ ਤੱਕ, ਇਹਨੂੰ ਕਹਿੰਦੇ ਆ ਵੈਸਟਰਨ ਸੈਕਟਰ, ਠੀਕ ਹੈ ਜੀ। ਫਿਰ ਨੇਪਾਲ ਆ ਗਿਆ, ਨੇਪਾਲ ਤੋਂ ਗਾ ਜੋ ਆਹ ਵਾਲਾ ਏਰੀਆ ਇਹਨੂੰ ਕਹਿ ਦਿੰਦੇ ਆ ਸੈਂਟਰਲ ਸੈਕਟਰ, ਐਂਡ ਦਿਸ ਇਜ਼ ਅਲੋਂਗ ਅਰੁਣਾਚਲ ਪ੍ਰਦੇਸ਼ ਇਜ਼ ਕਾਲਡ ਈਸਟਰਨ ਸੈਕਟਰ। 3 ਸੈਕਟਰ ਨੇ ਲਾਈਨ ਆਫ ਐਕਚੁਅਲ ਕੰਟਰੋਲ ਦੇ। ਇੱਥੇ ਹੋਰ ਜ਼ਿਆਦਾ ਕਲੀਅਰ ਹੋ ਜੂ। ਦਿਸ ਇਜ਼ ਅਕਸਾਈ ਚਿਨ ਐਂਡ ਦਿਸ ਰੀਜਨ, ਦਿਸ ਇੰਟਾਇਰ ਇਜ਼ ਕਾਲਡ ਵੈਸਟਰਨ ਸੈਕਟਰ। ਆ ਇੱਥੇ ਗਲਤ ਬਣਿਆ ਮੈਪ ਦੇ ਵਿੱਚ, ਇਹ ਪੂਰੇ ਦਾ ਪੂਰਾ ਵੈਸਟਰਨ ਸੈਕਟਰ ਆ, ਸੈਂਟਰਲ ਸੈਕਟਰ ਇੱਥੇ ਆ ਤੇ ਆਹ ਸਾਰਾ ਸਾਡਾ ਈਸਟਰਨ ਸੈਕਟਰ ਆ, ਠੀਕ ਹੈ ਜੀ। ਤੇ ਜਿਹੜੀ ਆਪਾਂ ਗੱਲ ਕਰਦੇ ਸੀ ਚਿਕਨਸ ਨੈਕ ਦੀ, ਦਿਸ ਏਰੀਆ ਜੋ ਆਹ ਵਾਲਾ ਏਰੀਆ ਨਾ, ਇਹਨੂੰ ਆਪਾਂ ਚਿਕਨਸ ਨੈਕ ਕਹਿੰਦੇ ਆ। ਇਹ ਵੈਸੇ ਤਾਂ ਵੈਸਟ ਬੰਗਾਲ ਦਾ ਸਿਲੀਗੁਰੀ ਡਿਸਟ੍ਰਿਕਟ ਆ, ਸਿਲੀਗੁਰੀ ਦੇ ਵਿੱਚ ਪੈਂਦਾ ਚਿਕਨਸ ਨੈਕ। ਇਹ ਸਾਡੇ ਲਈ ਜਿਓਗ੍ਰਾਫਿਕਲੀ ਇੰਪੋਰਟੈਂਟ ਕਿਉਂ ਆ, ਕਿਉਂਕਿ ਇੰਡੀਆ ਮੇਨਲੈਂਡ ਇੰਡੀਆ ਨੂੰ ਨਾਰਥ ਈਸਟ ਦੇ ਨਾਲ ਜੇ ਆਪਾਂ ਕਨੈਕਟ ਕਰਨਾ ਤਾਂ ਉਹਦੇ ਲਈ ਇੱਕੋ ਰਸਤਾ ਗਾ। ਜੇ ਆਪਾਂ ਲੈਂਡ ਰੂਟ ਦੀ ਗੱਲ ਕਰੀਏ ਦੈਟ ਇਜ਼ ਚਿਕਨਸ ਨੈਕ, ਠੀਕ ਹੈ ਜੀ। ਇੱਥੋਂ ਜਿਵੇਂ ਆਹ ਸਾਡਾ ਨਾਰਥ ਈਸਟ ਹੋ ਗਿਆ ਤੇ ਆਹ ਸਾਡਾ ਇੰਡੀਆ ਮੇਨਲੈਂਡ ਹੋ ਗਿਆ, ਇਹਨੂੰ ਕਨੈਕਟ ਕਰਨ ਦੇ ਲਈ ਜੇ ਆਪਾਂ ਲੈਂਡ ਰੂਟ ਦੇ ਥਰੂ ਕਨੈਕਟ ਕਰਨਾ ਤਾਂ ਇਹੀ ਰੀਜਨ ਆ, ਇਹੀ ਇੱਕ ਏਰੀਆ ਗਾ। ਤੇ ਬਹੁਤ ਇਹ ਜਿਓਗ੍ਰਾਫਿਕਲੀ ਸਾਡੇ ਲਈ ਕਹਿ ਲਓ ਸਟ੍ਰੈਟੇਜਿਕਲੀ ਇੰਪੋਰਟੈਂਟ ਆ ਇਸ ਏਰੀਆ ਨੂੰ ਸਿਕਿਉਰ ਕਰਕੇ ਰੱਖਣਾ। ਤਾਂ ਹੀ ਇਹਦੇ ਬਾਰੇ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਸੀ। ਤੇ ਇਹਦੇ ਤੇ ਵੀ 2016-17 ਦੇ ਵਿੱਚ ਕਾਫੀ ਚਾਈਨਾ ਇਸ ਏਰੀਆ ਦੇ ਅਰਾਊਂਡ ਕਨਫਲਿਕਟ ਰਿਹਾ, ਉਹਨੂੰ ਆਪਾਂ ਅੱਗੇ ਡਿਸਕਸ ਕਰਾਂਗੇ। ਇਹ ਚਿਕਨਸ ਨੈਕ ਬਾਰੇ ਤੁਹਾਨੂੰ ਦੱਸਣਾ ਸੀ ਵੀ ਬਹੁਤ ਜਿਵੇਂ ਚਿਕਨ ਦੀ ਨੈਕ ਹੁੰਦੀ ਹੈ ਨਾ ਉਹਦੇ ਤਰ੍ਹਾਂ ਬਹੁਤ ਬਰੀਕ ਹੈ ਇਹ, ਬਹੁਤ ਫਾਈਨ ਏਰੀਆ ਹੈਗਾ, ਜ਼ਿਆਦਾ ਕਹਿ ਲਓ ਇਹਦੀ ਵਿਡਥ ਨਹੀਂ ਹੈ ਜਾਂ ਕਹਿ ਲਓ ਜ਼ਿਆਦਾ ਜਿਵੇਂ ਆਪਾਂ ਚਿਕਨ ਦੀ ਨੈਕ ਕਹਿੰਦੇ ਹਾਂ ਉਸੇ ਤਰ੍ਹਾਂ ਉਹ ਬਹੁਤ ਬਰੀਕ ਆ ਤੇ ਸਾਡੇ ਲਈ ਰੈਲੇਵੈਂਟ ਬਹੁਤ ਆ ਇਹ, ਠੀਕ ਹੈ ਜੀ, ਨਾਰਥ ਈਸਟ ਦੇ ਨਾਲ ਕਨੈਕਟ ਕਰਨ ਦੇ ਲਈ। ਪਲੱਸ ਜਿਹੜੀ ਇੰਡੀਆ ਚਾਈਨਾ ਦਾ ਬਾਰਡਰ ਹੈ ਅਰੁਣਾਚਲ ਪ੍ਰਦੇਸ਼ ਏਰੀਆ ਦੇ ਵਿੱਚ, ਉਸ ਦੀ ਬਾਉਂਡਰੀ ਦੇ ਨਾਲ ਉਹਨੂੰ ਆਪਾਂ ਕਹਿੰਦੇ ਹਾਂ ਮੈਕਮੋਹਨਸ ਲਾਈਨ, ਠੀਕ ਹੈ, ਇਹ ਵੀ ਧਿਆਨ ਰੱਖਿਓ, ਮੈਕਮੋਹਨ ਲਾਈਨ। ਤੇ ਟੋਟਲ ਜੇ ਆਪਾਂ ਇੰਡੀਆ ਚਾਈਨਾ ਬਾਰਡਰ ਦੀ ਗੱਲ ਕਰੀਏ 3488 3488 ਕਿਲੋਮੀਟਰ ਲੌਂਗ ਹੈ ਇਹ। ਦ ਰੀਸੈਂਟ ਸਟੈਂਡ ਆਫ ਇਜ਼ ਦਾ ਥਰਡ ਮੇਜਰ ਇਨਸੀਡੈਂਟ ਇਨ ਲਾਸਟ 4-5 ਈਅਰਸ। ਪਿਛਲੇ 4-5 ਸਾਲਾਂ ਦੇ ਦੌਰਾਨ ਇਹ ਤੀਸਰਾ ਮੇਜਰ ਇਨਸੀਡੈਂਟ ਆ ਜਿਹਦੇ ਚ ਇੰਡੀਆ ਤੇ ਚਾਈਨੀਜ਼ ਜਿਹੜੇ ਟਰੂਪਸ ਨੇ ਦੇ ਹੈਵ ਕਮ ਫੇਸ ਟੂ ਫੇਸ, ਠੀਕ ਹੈ ਜੀ, ਉਹਨਾਂ ਚ ਕਨਫਲਿਕਟ ਥੋੜਾ ਬਹੁਤ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਜੋ ਜੂਨ 2020 ਦੇ ਵਿੱਚ ਕਲੈਸ਼ ਹੋਇਆ ਸੀ ਇਨ ਗਲਵਾਨ ਵੈਲੀ, ਸਾਰਿਆਂ ਨੇ ਤੁਸੀਂ ਜਿਹੜੇ ਬੱਚੇ ਨਿਊਜ਼ਪੇਪਰ ਪੜ੍ਹ ਰਹੇ ਨੇ, ਜਿਹੜੇ ਬੱਚੇ ਕਰੰਟ ਅਫੇਅਰਸ ਦੇ ਨਾਲ ਅਪਡੇਟਡ ਨੇ ਉਹਨਾਂ ਨੇ ਦੇਖਿਆ ਹੋਣਾ, ਉਸ ਟਾਈਮ ਬਹੁਤ ਨਿਊਜ਼ ਦੇ ਵਿੱਚ ਰਿਹਾ ਸੀ। ਗਲਵਾਨ ਵੈਲੀ ਜੋ ਸਾਡੇ ਜੰਮੂ ਕਸ਼ਮੀਰ ਜੋ ਸਾਡਾ ਕਹਿ ਲਓ ਇੰਡੀਆ ਚਾਈਨਾ ਦਾ ਵੈਸਟਰਨ ਸੈਕਟਰ ਆ ਬਾਰਡਰ ਦਾ, ਉਹਦੇ 'ਚ ਇਹ ਏਰੀਆ ਲਾਈ ਕਰਦਾ ਗਲਵਾਨ ਵੈਲੀ। ਉੱਥੇ ਇੱਕ ਕਨਫਲਿਕਟ ਹੋਇਆ ਸੀ ਜਿੱਥੇ ਆਪਣੇ ਕਹਿ ਲਓ ਵੀ ਟਰੂਪਸ ਨੇ ਜਿਹੜੇ ਬੋਥ ਸਾਈਡਸ ਫਰੋਮ ਇੰਡੀਆ ਐਜ਼ ਵੈਲ ਐਜ਼ ਚਾਈਨੀਜ਼ ਦੇ ਫੇਸਡ ਕੈਜੂਅਲਿਟੀਜ਼। ਕਈ ਉਹਨਾਂ ਦੇ ਵਿੱਚ ਡੈਥਸ ਹੋਈਆਂ ਸੀ ਉਦੋਂ, 6-7 ਇੰਡੀਅਨ ਸੋਲਜਰਸ ਦੀ ਡੈਥ ਹੋ ਗਈ ਸੀ ਤੇ ਉਸੇ ਤਰ੍ਹਾਂ ਚਾਈਨੀਜ਼ ਸੋਲਜਰਸ ਦੀ ਵੀ ਡੈਥ ਹੋਈ ਸੀ, ਬਟ ਉਹਨਾਂ ਨੇ ਆਫੀਸ਼ੀਅਲ ਨੰਬਰ ਉਹਨਾਂ ਦਾ ਡਿਕਲੇਅਰ ਨਹੀਂ ਕੀਤਾ ਕਿੰਨਿਆਂ ਦਾ ਹੋਇਆ ਸੀ, ਵਿਚ ਰਿਜ਼ਲਟਡ ਇਨਟੂ ਨੰਬਰ ਆਫ ਕੈਜੂਅਲਿਟੀਜ਼ ਔਨ ਬੋਥ ਸਾਈਡਸ। ਇਟ ਵਾਜ਼ ਦਾ ਫਸਟ ਫੈਟਲ ਕਨਫਰੰਟੇਸ਼ਨ ਬਿਟਵੀਨ ਟੂ ਸਿੰਸ 1975। 1975 ਦੇ ਬਾਅਦ ਜੇ ਕਿਤੇ ਇੰਡੀਆ ਚਾਈਨਾ ਬਾਰਡਰ ਦੇ ਉੱਪਰ ਸੋਲਜਰਸ ਦੀ ਆਪਸ ਵਿੱਚ ਲੜ ਕੇ ਮੌਤ ਹੋਈ ਆ, ਡੈਥ ਹੋਈ ਆ, ਮਤਲਬ ਫੈਟਲ ਇਨਸੀਡੈਂਟ ਸੀਗਾ ਉਹ, ਤਾਂ 1975 ਦੇ ਬਾਅਦ ਪਹਿਲਾ ਇਹੋ ਜਿਹਾ ਇਨਸੀਡੈਂਟ ਹੋਇਆ ਸੀ ਜਿਹੜਾ 2020 ਦੇ ਵਿੱਚ ਗਲਵਾਨ ਵੈਲੀ ਦੇ ਵਿੱਚ ਦੇਖਿਆ ਗਿਆ, ਠੀਕ ਹੈ। ਦੈਨ ਇਨ ਜਨਵਰੀ 2021 ਕਨਫਲਿਕਟ ਟੁੱਕ ਪਲੇਸ ਇਨ ਸਿੱਕਿਮ, 2021 ਚ ਸਿੱਕਿਮ 'ਚ ਦੇਖਿਆ ਗਿਆ ਸੀ। ਉਸ ਤੋਂ ਪਹਿਲਾਂ 2016 ਦੇ ਵਿੱਚ ਚਾਈਨਾ ਨੇ ਭੂਟਾਨ ਦੇ ਕਹਿ ਲਓ ਬਾਰਡਰ ਏਰੀਆਜ਼ ਦੇ ਉੱਪਰ ਇੰਟਰਫੇਰੈਂਸ ਕਰਨੀ ਸਟਾਰਟ ਕੀਤੀ ਸੀ। ਤੇ ਜਿਵੇਂ ਤੁਹਾਨੂੰ ਦੱਸਿਆ ਜਿਹੜਾ ਚਿਕਨਸ ਨੈਕ ਵਾਲਾ ਏਰੀਆ ਉਹ ਭੂਟਾਨ ਦੇ ਬਿਲਕੁਲ ਨਾਲ ਆ ਰਿਹਾ ਭੂਟਾਨ, ਆਹ ਸਾਡਾ ਚਿਕਨਸ ਨੈਕ ਵਾਲਾ ਏਰੀਆ, ਠੀਕ ਹੈ ਜੀ। ਸੋ ਜਦੋਂ ਚਾਈਨਾ ਨੇ ਭੂਟਾਨ ਦੀ ਟੈਰੀਟਰੀ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਅਗੇਂਸਟ ਇੰਡੀਆ ਨੇ ਵੀ ਸਟੈਂਡ ਲਿਆ ਸੀ, ਭੂਟਾਨ ਨੂੰ ਸਪੋਰਟ ਵੀ ਕੀਤੀ ਸੀ, ਪਲੱਸ ਚਾਈਨਾ ਦੇ ਅਗੇਂਸਟ ਸਟੈਂਡ ਲਿਆ ਸੀ।
ਇੱਕ ਤਾਂ ਰੀਜ਼ਨ ਸੀਗਾ ਕਿ ਇੰਡੀਆ ਭੂਟਾਨ ਦੇ ਜੋ ਰਿਲੇਸ਼ਨਸ ਨੇ ਬਹੁਤ ਦੋਨੋਂ ਇਹ ਫਰੈਂਡਲੀ ਨੇਸ਼ਨਸ ਨੇ ਤੇ ਇੱਕ ਦੂਜੇ ਤੇ ਡਿਪੈਂਡੈਂਟ ਬਹੁਤ ਨੇ ਇਹ, ਠੀਕ ਹੈ, ਤਾਂ ਕਰਕੇ ਇੰਡੀਆ ਨੇ ਭੂਟਾਨ ਦੀ ਸਾਈਡ ਲਈ। ਸੈਕਿੰਡ, ਸਾਡਾ ਜੋ ਚਿਕਨਸ ਨੈਕ ਏਰੀਆ ਹੈਗਾ ਉਹਨੂੰ ਸਿਕਿਉਰ ਕਰਨਾ ਸਾਡੇ ਲਈ ਬਹੁਤ ਇੰਪੋਰਟੈਂਟ ਆ। ਜੇ ਚਾਈਨਾ ਭੂਟਾਨ ਦੇ ਵਿੱਚ ਆ ਕੇ ਕਹਿ ਲਓ ਉਹਦੀ ਟੈਰੀਟਰੀ ਦੇ ਵਿੱਚ ਇਨਕਰੋਚ ਕਰਦਾ ਤਾਂ ਸਾਡੀ ਜੋ ਨਾਰਥ ਈਸਟ ਦੀ ਸਿਕਿਉਰਿਟੀ ਆ ਉਹਨੂੰ ਵੀ ਇੱਕ ਬਹੁਤ ਵੱਡਾ ਥ੍ਰੈਟ ਆ, ਠੀਕ ਹੈ। ਦੈਟਸ ਵਾਈ ਇੰਡੀਆ ਹੈਜ਼ ਸਪੋਰਟਡ India has supported the cause of Bhutan in 2016 when China started interfering in its territory. ਤੇ ਫਿਰ ਆਪਾਂ ਗੱਲ ਕਰੀਏ ਰੀਜ਼ਨਸ, what are the reasons behind these standoffs? ਇਹ ਕਿਉਂ standoffs ਹੋ ਰਹੇ ਨੇ, ਕਿਉਂ ਲੜਾਈਆਂ ਹੋ ਰਹੀਆਂ ਨੇ ਤੇ ਸੋਲਵ ਕਿਉਂ ਨਹੀਂ ਕਰ ਪਾ ਰਿਹਾ ਪੈਂਦਾ ਨੂੰ? ਪਹਿਲੀ ਗੱਲ ਤਾਂ ਜੀ ਜੋ ਡਿਮਾਰਕੇਸ਼ਨ ਆ ਉਹ ਬਹੁਤ ਕਲੀਅਰਲੀ ਡਿਫਾਈਨਡ ਨਹੀਂ ਹੈ, ਠੀਕ ਹੈ ਜੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਡਿਸਪਿਊਟਡ ਆ, ਤੇ ਪਲੱਸ ਜੋ ਸਾਡੀ ਬਾਰਡਰ ਦੇ ਉੱਪਰ ਸਾਡਾ ਏਰੀਆ ਹੈਗਾ ਬਹੁਤ ਅਨਈਵਨ ਟੈਰਨ ਆ, ਉਹ ਪੱਧਰ ਮੈਦਾਨ ਨਹੀਂ ਹੈ ਵੀ ਜਿਹਨੂੰ ਆਪਾਂ ਕਲੀਅਰਲੀ ਡਿਮਾਰਕੇਟ ਕਰ ਸਕੀਏ। ਉੱਥੇ ਮਾਊਂਟੇਨਸ ਨੇ, ਸਾਨੂੰ ਪਤਾ ਹਿਮਾਲਯਨ ਰੇਂਜਸ ਨੇ, ਦੈਨ ਰਿਵਰਸ ਨੇ, ਦੈਨ ਉੱਥੇ ਕੁਝ ਲੇਕਸ ਨੇ ਜਿੱਦਾਂ ਆਪਣੀ ਪਿੰਗੋਂਗ ਸੋ ਲੇਕ ਹੈ ਵੈਰੀ ਇੰਪੋਰਟੈਂਟ। ਸੋ ਉਹਨਾਂ ਚੀਜ਼ਾਂ ਦੇ ਅਲੋਂਗ ਇੰਟਰਨੈਸ਼ਨਲ ਬਾਉਂਡਰੀ ਨੂੰ ਡਿਮਾਰਕੇਟ ਕਰਨਾ ਥੋੜਾ ਜਿਹਾ ਡਿਫਿਕਲਟ ਹੋ ਜਾਂਦਾ। ਦੈਟਸ ਵਾਈ the dispute is being continued from like 3-4 decades, ਠੀਕ ਹੈ ਜੀ। then border infrastructure development along both sides ਹੋ ਰਹੀ ਹੈ, ਦੋਨੋਂ ਸਾਈਡਸ ਨੇ, ਚਾਈਨਾ ਵਾਲੀ ਸਾਈਡ ਤੇ ਵੀ ਇੰਡੀਆ ਸਾਈਡ ਤੇ ਵੀ ਆਪੋ ਆਪਣੇ ਬਾਰਡਰਸ ਦੇ ਅਲੋਂਗ ਉੱਥੋਂ ਦੀ ਕਹਿ ਲਓ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ ਸਟਰੋਂਗ ਕਰਨ ਦੇ ਲਈ ਇਨਫਰਾਸਟਰਕਚਰ ਡਿਵੈਲਪਮੈਂਟ ਕੀਤੀ ਜਾ ਰਹੀ ਹੈ। ਤੇ ਦੋਨੋਂ ਹੀ ਸਾਈਡਸ, ਜਿਵੇਂ ਜੇ ਚਾਈਨਾ ਇਨਫਰਾਸਟਰਕਚਰ ਡਿਵੈਲਪ ਕਰ ਰਿਹਾ ਆਪਣੀ ਸਾਈਡ ਤੇ ਤਾਂ ਇੰਡੀਆ ਉਸ ਨੂੰ ਐਜ਼ ਅ ਥ੍ਰੈਟ ਦੇਖ ਰਿਹਾ। ਜੇ ਇੰਡੀਆ ਆਪਣੀ ਸਾਈਡ ਤੇ ਅਲੋਂਗ ਦਾ ਬਾਰਡਰ ਇਨਫਰਾਸਟਰਕਚਰ ਡਿਵੈਲਪ ਕਰ ਰਿਹਾ ਤਾਂ ਚਾਈਨਾ ਉਸ ਚੀਜ਼ ਨੂੰ ਐਜ਼ ਅ ਥ੍ਰੈਟ ਦੇਖ ਰਿਹਾ, ਜਿਹਦੇ ਕਰਕੇ ਉਹ ਕਹਿ ਲਓ ਵੀ ਉਸ ਚੀਜ਼ ਨੂੰ ਰੋਕਣ ਦੇ ਲਈ ਵੀ ਇਹ ਕਨਫਲਿਕਟਸ ਹੋ ਰਹੇ ਨੇ। ਜਿਵੇਂ ਰੀਸੈਂਟਲੀ ਇੰਡੀਆ ਨੇ ਤਵਾਂਗ ਰੀਜਨ ਦੇ ਵਿੱਚ ਆਪਾਂ ਗੱਲ ਕਰੀਏ, ਉੱਥੇ ਪਿੱਛੇ ਜੇ ਇੱਕ ਹੈਲੀਪੈਡ ਡਿਵੈਲਪ ਕੀਤਾ ਸੀ, ਪਲੱਸ ਰੋਡ ਕਨੈਕਟੀਵਿਟੀ ਵੀ ਉੱਥੇ ਕਰ ਰਹੇ ਹਾਂ। ਇਸੇ ਤਰ੍ਹਾਂ ਜੰਮੂ ਕਸ਼ਮੀਰ ਵਾਲਾ ਰੀਜਨ ਆ, ਉਹਦੇ 'ਚ ਵੀ ਆਪਾਂ ਰੋਡ ਕਨੈਕਟੀਵਿਟੀ ਕਰ ਰਹੇ ਹਾਂ, ਪਲੱਸ ਆਪਣੇ ਕੋਲੇ ਟਨਲਸ ਡਿਵੈਲਪ ਕਰ ਰਹੇ ਹਾਂ, ਸੋ ਦੈਟ ਜੇ ਕੋਈ ਕਨਫਲਿਕਟ ਹੁੰਦਾ ਤਾਂ ਸਾਡੀ ਆਰਮੀ ਨੂੰ, ਸਾਡੀ ਮਿਲਟਰੀ ਨੂੰ ਉੱਥੇ ਆਪਾਂ ਇੱਕ ਈਜ਼ੀਲੀ ਉੱਥੇ ਉਹਨਾਂ ਚੀਜ਼ਾਂ 'ਤੇ ਭੇਜ ਸਕੀਏ, ਉਹਨਾਂ ਲੋਕੇਸ਼ਨਸ 'ਤੇ ਭੇਜ ਸਕੀਏ, ਠੀਕ ਹੈ ਜੀ। ਤੇ ਉਹ ਜਿਹੜਾ ਇਨਫਰਾਸਟਰਕਚਰ ਡਿਵੈਲਪ ਹੋ ਰਿਹਾ ਦੋਨੋਂ ਸਾਈਡਸ 'ਤੇ, ਉਹਨਾਂ ਇਨਫਰਾਸਟਰਕਚਰ ਡਿਵੈਲਪਮੈਂਟਸ ਦੀਆਂ ਇਵੈਂਟਸ ਨੂੰ ਦੋਨੋਂ ਸਾਈਡਸ ਐਜ਼ ਅ ਥ੍ਰੈਟ ਪਰਸੀਵ ਕਰ ਰਹੀਆਂ ਨੇ, ਦੇਖ ਰਹੀਆਂ ਨੇ। ਦੈਟਸ ਵਾਈ ਉਹ ਕਨਫਲਿਕਟ ਇੱਕ ਦੂਸਰੇ ਨੂੰ ਰੋਕਣ ਦੇ ਲਈ ਇੰਟਰਫੇਅਰ ਕਰਨਾ ਸਟਾਰਟ ਕਰ ਦਿੰਦੇ ਨੇ। ਦੈਨ ਚਾਈਨਾਜ਼ ਪਾਲਿਸੀ ਆਫ ਇਨਕਰੋਚਮੈਂਟ ਇਨਟੂ ਨੇਬਰਿੰਗ ਟੈਰੀਟਰੀਜ਼, ਆਪਣੇ ਗੁਆਂਢੀ ਮੁਲਕਾਂ ਦੀ ਟੈਰੀਟਰੀ ਦੇ ਉੱਪਰ ਕਬਜ਼ਾ ਕਰਨ ਦੀ ਚਾਈਨਾ ਦੀ ਕਿਤੇ ਨਾ ਕਿਤੇ ਕਹਿ ਲਓ ਇੱਕ ਨੀਤੀ ਹੈ, ਪਾਲਿਸੀ ਹੈ। ਤੇ ਉਹ ਦੇਖੀ ਕਦੋਂ ਗਈ ਹੈ? ਜਿਵੇਂ 2017 ਤੁਹਾਨੂੰ ਦੱਸਿਆ ਭੂਟਾਨ ਇਨਸੀਡੈਂਟ, ਦੈਨ 2022 ਦੇ ਵਿੱਚ ਹੁਣੇ ਰੀਸੈਂਟਲੀ ਤਾਇਵਾਨ ਚਾਈਨਾ ਦਾ ਕਨਫਲਿਕਟ ਹੋਇਆ ਸੀ, ਉਹ ਵੀ ਕਾਫੀ ਟਾਈਮ ਨਿਊਜ਼ ਦੇ ਵਿੱਚ ਰਿਹਾ, ਠੀਕ ਹੈ ਜੀ। ਇਟ ਵਾਜ਼ ਆਲ ਅਬਾਊਟ ਲਾਈਨ ਆਫ ਐਕਚੁਅਲ ਕੰਟਰੋਲ, ਉਹਦੇ 'ਚ ਕੀ ਇਸ਼ੂਜ਼ ਨੇ। ਦੈਨ ਇਹਦੇ ਬਾਰੇ ਕੁਝ ਬਾਈਲੇਟਰਲ ਇਨੀਸ਼ੀਏਟਿਵਸ ਵੀ ਲਏ ਗਏ ਨੇ ਇਸ ਬਾਰਡਰ ਡਿਸਪਿਊਟ ਨੂੰ ਸੋਲਵ ਕਰਨ ਦੇ ਲਈ, ਬਟ ਉਹ ਪ੍ਰੋਪਰਲੀ ਕਹਿ ਲਓ ਇੰਪਲੀਮੈਂਟ ਨਹੀਂ ਹੋਏ ਜਾਂ ਉਹਨਾਂ ਦੇ ਜਿਹੜੇ ਰਿਜ਼ਲਟਸ ਸਾਨੂੰ ਬਹੁਤ ਪੋਜ਼ਿਟਿਵ ਨਹੀਂ ਮਿਲੇ। ਕਿਹੜੇ ਇੱਦਾਂ ਦੇ ਇਨੀਸ਼ੀਏਟਿਵਸ ਨੇ ਜੀ? 1993, 1996, 1993 ਤੇ 96 'ਚ ਐਗਰੀਮੈਂਟ ਸਾਈਨ ਹੋਏ ਸੀ। ਉਹਨਾਂ ਐਗਰੀਮੈਂਟਸ ਦੇ ਵਿੱਚ ਕੀ ਸੀ ਕਿ ਜੋ ਬਾਰਡਰ ਏਰੀਆਜ਼ ਨੇ ਉਹਨਾਂ ਦੇ ਅਰਾਊਂਡ ਮਿਲਟਰੀ ਜੋ ਡਿਪਲੋਇਮੈਂਟ ਹੋਣੀ ਆ ਉਹ ਬਹੁਤ ਮਿਨੀਮਮ ਲੈਵਲ ਤੇ ਹੋ। ਦੋਨੋਂ ਸਾਈਡਸ, ਇੰਡੀਆ ਵੀ ਚਾਈਨਾ ਵੀ, ਬਾਰਡਰ ਦੇ ਅਲੋਂਗ ਜੋ ਮਿਲਟਰੀ ਡਿਪਲੋਏ ਕਰਨੀ ਆ ਉਹ ਬਹੁਤ ਮਿਨੀਮਮ ਹੋ, ਮਿਨੀਮਮ ਰਿਕੁਆਇਰਡ ਮਿਲਟਰੀ ਡਿਪਲੋਏ ਕਰਨੀ ਇਹਨਾਂ ਨੇ। ਪਲੱਸ ਇਹਦੇ ਅੰਡਰ ਇੱਕ ਹੋਰ ਇਹਨਾਂ ਨੇ ਪ੍ਰੋਵੀਜ਼ਨ ਰੱਖੀ ਸੀ ਕਿ LAC ਤੋਂ 10 ਕਿਲੋਮੀਟਰ ਦਾ ਜੋ ਏਰੀਆ ਹੈਗਾ ਦੋਨੋਂ ਸਾਈਡਸ ਤੇ, ਉਸ ਏਰੀਆ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਊ। ਉਹਦੇ 'ਚ ਕੋਈ ਏਅਰਕ੍ਰਾਫਟਸ ਜਾਂ ਕੋਈ ਅਨਮੈਨਡ ਏਰੀਅਲ ਵਹੀਕਲਸ ਫਲਾਈ ਨਹੀਂ ਕੀਤੇ ਜਾਣਗੇ, ਬਟ ਉਹ ਵੀ ਬਹੁਤ ਪ੍ਰੋਪਰਲੀ ਇੰਪਲੀਮੈਂਟ ਨਹੀਂ ਹੋਈ ਪਾਲਿਸੀ ਹੈ, ਠੀਕ ਹੈ ਜੀ। ਦੈਨ 2013 ਦੇ ਵਿੱਚ ਬਾਰਡਰ ਡਿਫੈਂਸ ਐਂਡ ਕੋਆਪਰੇਸ਼ਨ ਐਗਰੀਮੈਂਟ ਹੋਇਆ। ਦੈਨ ਉਸ ਤੋਂ ਬਾਅਦ ਆਪਣੇ ਕੋਲ ਕੌਨਫੀਡੈਂਸ ਬਿਲਡਿੰਗ ਮੈਜ਼ਰਸ ਨੇ ਜੋ ਐਗਰੀਡ ਬਿਟਵੀਨ ਟੂ ਮੇਨਟੇਨ ਪੀਸ। ਧਿਆਨ ਰੱਖਿਓ ਜੋ CBM ਹੈ ਨਾ, CBM ਕੌਨਫੀਡੈਂਸ ਬਿਲਡਿੰਗ ਮੈਜ਼ਰਸ, ਇਹ ਇੰਡੀਆ ਚਾਈਨਾ ਬਾਰਡਰ ਡਿਸਪਿਊਟ ਨੂੰ ਸੋਲਵ ਕਰਨ ਦੇ ਲਈ ਇੱਕ ਇਨੀਸ਼ੀਏਟਿਵ ਹੈ, ਠੀਕ ਹੈ ਜੀ। ਇਹ ਵੀ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਨੇ। ਇਹਦੇ ਵਿੱਚ ਕੀ ਹੁੰਦਾ? ਕੌਨਫੀਡੈਂਸ ਬਿਲਡਿੰਗ ਮੈਜ਼ਰਸ ਦੇ ਵਿੱਚ ਬਾਈਲੇਟਰਲ ਮੀਟਿੰਗਸ ਕਰਦੇ ਨੇ, ਜਿੱਦਾਂ ਪਿੱਛੇ ਜੇ ਚੇਨਈ ਦੇ ਵਿੱਚ ਆਪਣੇ ਕੋਲੇ ਚਾਈਨਾ ਦੇ ਜੋ
ਜੀ ਜਿਨਪਿੰਗ ਨੇ ਉਹ ਆਏ ਸੀ, ਮੋਦੀ ਦੇ ਨਾਲ ਸਾਡੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਮੀਟਿੰਗ ਕੀਤੀ, ਤੇ ਉਹਦੇ ਬਾਅਦ PM ਮੋਦੀ ਵੀ ਉਹਨਾਂ ਨੇ ਵੀ ਸ਼ੰਘਾਈ ਜਾਣਾ ਸੀ ਉਹਨਾਂ ਨਾਲ ਮੀਟ ਕਰਨ ਦੇ ਲਈ, ਬਟ ਉਹਨਾਂ ਮੀਟਿੰਗਸ ਦੇ ਵੀ ਬਹੁਤ ਵਧੀਆ ਰਿਜ਼ਲਟ ਨਹੀਂ ਨਿਕਲੇ। ਠੀਕ ਹੈ ਜੀ, ਉਹਨਾਂ ਨੂੰ ਕਹਿੰਦੇ ਕੌਨਫੀਡੈਂਸ ਬਿਲਡਿੰਗ ਮੈਜ਼ਰਸ। ਦੈਨ ਅਦਰ ਇੰਪੋਰਟੈਂਟ ਲੋਕੇਸ਼ਨਸ ਅਲੋਂਗ LAC ਜੋ ਬਾਰਡਰ ਹੈ ਸਾਡਾ, ਉਹਦੇ ਅਲੋਂਗ ਕੁਝ ਇੰਪੋਰਟੈਂਟ ਲੋਕੇਸ਼ਨਸ ਨੇ ਜਿਹੜੀਆਂ ਨਿਊਜ਼ ਦੇ ਵਿੱਚ ਰਹਿੰਦੀਆਂ ਨੇ, ਜਾਂ ਪਿੱਛੇ ਜਿਹੜੇ ਕਨਫਲਿਕਟ ਹੋਏ ਉਹਨਾਂ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਲੋਕੇਸ਼ਨਸ ਨੇ ਜੋ ਸਾਡੇ ਤੋਂ ਪੇਪਰ 'ਚ ਪੁੱਛੀਆਂ ਜਾ ਸਕਦੀਆਂ ਨੇ ਕਿ ਇਹ ਲੋਕੇਸ਼ਨ ਕਿੱਥੇ ਹੈ। ਠੀਕ ਹੈ ਜੀ, ਜਿਵੇਂ ਆਪਾਂ ਜੇ ਵੈਸਟਰਨ ਸੈਕਟਰ ਦੀ ਗੱਲ ਕਰੀਏ, ਉੱਥੇ ਆਪਣੇ ਕੋਲ ਆਉਂਦਾ ਜੀ ਚੁਸੂਲ ਮੋਲਡੋ, ਇਹ ਇੱਕ ਵੈਲੀ ਹੈ, ਉਹ ਰੀਜ਼ਨ ਹੈ। ਦੈਨ ਗਲਵਾਨ ਵੈਲੀ, ਦੈਨ ਹੌਟ ਸਪ੍ਰਿੰਗਸ, ਦੈਨ ਗੋਗਰਾ ਵੈਲੀ। ਠੀਕ ਹੈ ਜੀ, ਇਹ 4 ਇੰਪੋਰਟੈਂਟ ਲੋਕੇਸ਼ਨਸ ਨੇ ਜਿਹੜੇ ਇੰਡੀਆ ਚਾਈਨਾ ਬਾਰਡਰ ਦਾ ਜੋ ਵੈਸਟਰਨ ਸੈਕਟਰ ਆ ਉਹਦੇ 'ਚ ਲਾਈ ਕਰਦੀਆਂ ਨੇ। ਆ ਦੇਖੋ, ਜਿਵੇਂ ਇਹ ਆਪਾਂ ਵੈਸਟਰਨ ਸੈਕਟਰ ਦੀ ਗੱਲ ਕਰਦੇ ਹਾਂ, ਆ ਰਿਹਾ ਗਲਵਾਨ, ਦਿਸ ਇਜ਼ ਹੌਟ ਸਪਰਿੰਗ, ਆ ਰਹੀ ਸਾਡੀ ਪਿੰਗੋਂਗਸੋ ਲੇਕ ਜੋ ਟਰਾਂਸ ਬਾਉਂਡਰੀ ਲੇਕ ਆ, ਯਾਦ ਰੱਖਿਓ ਲੇਕ ਆ ਗਈ, ਬਟ ਇੰਡੀਆ ਚਾਈਨਾ ਦੋਨਾਂ ਦੇ ਟੈਰੀਟਰੀ ਦੇ ਵਿੱਚ ਲਾਈ ਕਰਦੀ ਆ, ਕੁਝ ਪਾਰਟ ਇੰਡੀਆ 'ਚ ਆ, ਕੁਝ ਪਾਰਟ ਇਹਦਾ ਚਾਈਨਾ 'ਚ ਆ। ਡੈਮਚੌਕ, ਰਿਜ਼ੈਂਗਲਾ, ਇਹ ਇੰਪੋਰਟੈਂਟ ਲੋਕੇਸ਼ਨਸ ਨੇ ਜਿਹੜੀਆਂ ਸਾਡੀ ਬਾਰਡਰਸ ਤੇ ਨੇ। ਜੇ ਵੈਸਟਰਨ ਸੈਕਟਰ ਦੀ ਗੱਲ ਕਰੀਏ ਤੇ ਪਿੱਛੇ ਜੇ ਕਾਫੀ ਟਾਈਮ ਨਿਊਜ਼ ਦੇ ਵਿੱਚ ਰਹੀਆਂ, ਜਦੋਂ 2020 ਦੇ ਵਿੱਚ ਇੰਡੀਆ ਚਾਈਨਾ ਗਲਵਾਨ ਵੈਲੀ ਵਾਲਾ ਇਨਸੀਡੈਂਟ ਹੋਇਆ ਸੀ। ਠੀਕ ਹੈ ਜੀ, ਦੈਨ ਉਸੇ ਤਰ੍ਹਾਂ ਸਾਡਾ ਜੋ ਸੈਂਟਰਲ ਸੈਕਟਰ ਆ ਉਹਦੇ 'ਚ ਵੀ ਕੁਝ ਇੰਪੋਰਟੈਂਟ ਉੱਥੇ ਇੱਕ ਹੋ ਗਿਆ ਜਿਵੇਂ ਚੁੰਬੀ ਵੈਲੀ। ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 2017 ਦੇ ਵਿੱਚ ਚਾਈਨਾ ਨੇ ਭੂਟਾਨ ਦੇ ਏਰੀਆ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉੱਥੇ ਏਰੀਆ ਪੈਂਦਾ ਚੁੰਬੀ ਵੈਲੀ ਜੋ ਇੰਡੀਆ ਭੂਟਾਨ ਤੇ ਤਿੱਬਤ ਦੇ ਟਰਾਈ ਜੰਕਸ਼ਨ ਤੇ ਲਾਈ ਕਰਦੀ ਆ। ਠੀਕ ਹੈ, ਦੈਨ ਵੈਸਟਰਨ ਸੈਕਟਰ ਸਾਡੇ ਕੋਲ ਆ ਗਿਆ ਤਵਾਂਗ, ਜੈਂਗਸੇ ਤੇ ਤਵਾਂਗ। ਠੀਕ ਹੈ ਜੀ, ਅਰੁਣਾਚਲ ਪ੍ਰਦੇਸ਼ 'ਚ ਹੋ ਗਏ। ਇਹ ਹੋ ਗਿਆ ਸਾਡਾ ਫਸਟ ਟੌਪਿਕ ਜੋ ਅੱਜ ਦਾ ਸੀਗਾ ਜੀ। ਨੈਕਸਟ ਸਾਡਾ ਜੋ ਟੌਪਿਕ ਹੈ ਦੈਟ ਇਜ਼ ਸਿਵਲ ਵਾਰ ਇਨ ਯਮਨ। ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ। ਯਮਨ ਦੇ ਵਿੱਚ ਨਾ ਪਿਛਲੇ 7-8 ਸਾਲਾਂ ਤੋਂ ਸਿਵਲ ਵਾਰ ਚੱਲ ਰਹੀ ਆ, ਉਹਦੇ ਕਰਕੇ ਬਹੁਤ ਸਾਰੀਆਂ ਡੈਥਸ ਵੀ ਰਿਪੋਰਟ ਹੋ ਰਹੀਆਂ ਨੇ। ਤਾਂ ਸਾਡੇ ਲਈ ਯਮਨ ਦੀ ਲੋਕੇਸ਼ਨ ਪਲੱਸ ਉਹਦੇ ਲਈ ਕੁਝ ਇੰਪੋਰਟੈਂਟ ਜਿਓਗ੍ਰਾਫੀਕਲ ਫੀਚਰਸ ਨੇ ਉਹਦੇ, ਜਾਂ ਕਹਿ ਲਓ ਉਹਦੀਆਂ ਲੈਂਡ ਬਾਉਂਡਰੀਜ਼ ਨੇ, ਜਾਂ ਉੱਥੇ ਜੋ ਸਿਵਲ ਵਾਰ ਆ ਉਹਦੇ 'ਚ ਕਿਹੜੀਆਂ ਪਾਰਟੀਜ਼ ਇਨਵੋਲਵਡ ਨੇ, ਉਹ ਸਾਡੇ ਪੇਪਰ ਲਈ ਇੰਪੋਰਟੈਂਟ ਹੋ ਜਾਂਦੀਆਂ ਨੇ। ਠੀਕ ਹੈ ਜੀ, ਫਸਟ ਇਹਦੇ ਲਈ ਕੁਐਸਚਨ ਹੈ, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਅਬਾਊਟ ਯਮਨ। First statement is it is a landlocked country of West Asia। West Asia ਦੀ ਇੱਕ landlocked country ਹੈ ਪਹਿਲੀ statement ਦੇ according। Second statement, Oman, UAE and Saudi Arabia shares land boundary with Yemen। ਠੀਕ ਹੈ ਜੀ, ਇਹਨਾਂ ਦੋਨੋਂ ਸਟੇਟਮੈਂਟਸ ਦੇ ਵਿੱਚੋਂ ਤੁਸੀਂ ਦੱਸੋ ਕਿਹੜੀ ਸਟੇਟਮੈਂਟ ਠੀਕ ਹੈ। ਇੱਕ ਸਟੇਟਮੈਂਟ ਠੀਕ ਆ ਕਿ ਦੋਨੋਂ ਠੀਕ ਨੇ, ਜਾਂ ਦੋਨਾਂ ਚੋਂ ਕੋਈ ਵੀ ਠੀਕ ਨਹੀਂ ਹੈ। ਆਨਸਰ ਕਰਿਓ ਇਹਦਾ ਕਮੈਂਟ ਸੈਕਸ਼ਨ ਦੇ ਵਿੱਚ। ਦੈਨ ਹੁਣ ਆਪਾਂ ਗੱਲ ਕਰੀਏ ਸਿਵਲ ਵਾਰ ਦੀ ਜੋ ਯਮਨ ਦੇ ਵਿੱਚ ਚੱਲ ਰਹੀ ਹੈ ਪਿਛਲੇ 7-8 ਸਾਲਾਂ ਤੋਂ। ਵਾਈ ਇਜ਼ ਇਨ ਨਿਊਜ਼, ਇਹ ਰੀਸੈਂਟਲੀ ਨਿਊਜ਼ ਦੇ ਵਿੱਚ ਕਿਉਂ ਆਈ ਆ? ਚੱਲ ਤਾਂ ਬਹੁਤ ਟਾਈਮ ਤੋਂ ਰਹੀ ਹੈ, ਬਟ ਰੀਸੈਂਟਲੀ ਨਿਊਜ਼ 'ਚ ਕਿਉਂ ਆਈ ਆ? ਬਿਕੋਜ਼ ਰੀਸੈਂਟਲੀ ਯੂਨੀਸੈਫ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਆ, ਜਿਹਦੇ ਅੰਡਰ ਉਹਨਾਂ ਨੇ ਦੱਸਿਆ ਕਿ ਜੋ 2015 ਤੋਂ ਵਾਰ ਚੱਲ ਰਹੀ ਆ ਯਮਨ ਦੇ ਵਿੱਚ, ਉਸ ਵਾਰ ਦੇ ਦੌਰਾਨ ਅਰਾਊਂਡ 11,000 ਚਿਲਡਰਨਸ ਦੀ ਡੈਥ ਹੋਈ ਆ, ਜਾਂ ਉਹ ਇੰਜਰਡ ਹੋਏ ਨੇ। ਠੀਕ ਹੈ ਜੀ, ਬਹੁਤ ਵੱਡਾ ਨੰਬਰ ਹੈ। 11,000 ਬੱਚਿਆਂ ਦੀ ਜਾਂ ਤਾਂ ਮੌਤ ਹੋਈ ਹੈ ਜਾਂ ਉਹ ਇੰਜਰਡ ਹੋਏ ਨੇ ਬਿਕੋਜ਼ ਆਫ ਦਾ ਸਿਵਲ ਵਾਰ ਵਿਚ ਇਜ਼ ਗੋਇੰਗ ਔਨ ਇਨ ਯਮਨ ਸਿੰਸ 2015। ਵੇਅਰ ਇਜ਼ ਇਟ ਲੋਕੇਟਡ? ਹੁਣ ਆਪਾਂ ਯਮਨ ਦੀ ਲੋਕੇਸ਼ਨ ਦੀ ਗੱਲ ਕਰੀਏ, ਜਿਹੜਾ ਸਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ। ਯਮਨ ਇਜ਼ ਅ ਕੰਟਰੀ ਇਨ ਵੈਸਟ ਏਸ਼ੀਆ। ਵੈਸਟ ਏਸ਼ੀਆ ਦੀ ਕੰਟਰੀ ਹੈ ਜੀ। ਸਾਨਾ ਇਹਦੀ ਕੈਪੀਟਲ ਹੈ। It is situated on the southern end of Arabian Peninsula। ਜੋ ਅਰੇਬੀਅਨ ਪੈਨਸੂਲਾ ਹੈ ਉਹਦਾ ਬਿਲਕੁਲ ਜੋ ਸਦਰਨ ਐਂਡ ਹੈ ਉੱਥੇ ਲਾਈ ਕਰਦਾ ਯਮਨ। ਠੀਕ ਹੈ, ਦੈਨ ਅੱਗੇ ਆਪਾਂ ਇਹਦੇ ਬਾਰਡਰਸ ਦੀ ਗੱਲ ਕਰੀਏ। ਇਹਦੇ ਜਿਹੜੇ ਬਾਰਡਰਸ ਨੇ, ਸਾਊਦੀ ਅਰੇਬੀਆ ਟੂ ਦਾ ਨਾਰਥ, ਆਪਣੇ ਉੱਤਰ ਵੱਲ ਇਹ ਸਾਊਦੀ ਅਰੇਬੀਆ ਦੇ ਨਾਲ ਇਹਦਾ ਬਾਰਡਰ ਸਾਂਝਾ ਹੁੰਦਾ। ਠੀਕ ਹੈ ਜੀ, ਸਾਊਦੀ ਅਰੇਬੀਆ ਟੂ ਦਾ ਨਾਰਥ ਐਂਡ ਓਮਾਨ ਟੂ ਨਾਰਥ ਈਸਟ। ਆ ਸਾਡੇ ਕੋਲ ਇਹਨਾਂ ਦਾ ਮੈਪ ਆ। ਆ ਜਿੰਨਾ ਬਰਾਊਨ ਵਾਲਾ ਏਰੀਆ ਹੈ ਯਮਨ ਹੈ ਜੀ,
ठीक है। साना इथों की कैपिटल, इधर आ बाउंड्री दी होगी ओमान दे नाल, ते आ जिहड़ी बाउंड्री है उपर ये होगी सऊदी अरेबिया दे नाल, ठीक है। दो ही कंट्रीज़ दे नाल, सिर्फ दो कंट्रीज़ दे नाल इहदी लैंड बाउंड्री है, बाकी जिहड़ियां दो साइड्स ने उन्हां ते वाटर बॉडी है, अपनी वाटर बॉडी है। इधर अपने को रैड सी आ गई, इधर अरेबियन सी आ गई, ठीक है। इंडियन ओशन द अरेबियन सी, तो उधरों रैड सी आ गई। सो वैरी इंपॉर्टेंट है, सानू पूछा जा सकता पेपर दे विच, ठीक है। देन सिविल वॉर, द वॉर इज गोइंग ऑन सिंस 2014। किहड़ियां फैक्शनस ने उत्थे, किन्ना किन्ना पार्टीज दे विच वो वॉर चल रही है। फैक्शनस ऑफ द वॉर, फर्स्ट मतलब सऊदी बैक्ड यमन गवर्नमेंट, जो यमन की गवर्नमेंट है उन्होंने सऊदी अरेबिया सपोर्ट कर रहा, ठीक है जी। तो दूसरा जो उन्हों का काउंटर पार्ट है जो उन्होंने अगेंस्ट लड़ रहा, दैट इज हाउदीज और हाउथीज। दे आर द लोकल मिलिटेंट ग्रुप ऑफ शिया मुस्लिम्स, वेरी इंपॉर्टेंट। ये दो पार्टीज ने, एक तो यमन की गवर्नमेंट है जिन्होंने सऊदी अरेबिया सपोर्ट कर रहा, प्लस जो सैकेंड पार्टी है दैट इज हाउथीज और हाउदीज, वो जिहड़े एक शिया मुस्लिम्स का एक मिलिटेंट ग्रुप है। द वॉर ब्रोक आउट 2014 की होया, जिहड़ा हाउदीज ने उन्होंने यमन की कैपिटल है जो साना उन्होंने कैप्चर कर लिया। सो मिलिटेंट ग्रुप ने उत्थों की कैपिटल नूं कैप्चर कर लिया। दैन साउदी फोर्सिस ने जिहड़ियां वो यमन दे विच एंटर करदियां ने टू रीस्टोर द यमन गवर्नमेंट। उस गवर्नमेंट नूं दुबार तो कह लो, उस गवर्नमेंट नूं बहाल करन दे लई साउदी फोर्सिस एंटर्ड यमन इन 2015 एंड उदों तो ही ये सिविल वॉर आ जिहड़ी चल रही है। तो एक गल होर है भी, जिवें यमन की गवर्नमेंट नूं तां सऊदी अरेबिया सपोर्ट कर रहा, तो जिहड़ा दूजा मिलिटेंट ग्रुप है हाउदीज, उन्होंने ये मन्निया जाता है कि दे आर बीइंग इनडायरैक्टली सपोर्टड बाय ईरान, ठीक है। क्योंकि सऊदी ते ईरान का भी कॉन्फ्लिक्ट है। मेनली जे आपां देखिए तो शिया सुन्नी जो मुस्लिम दो ग्रुप्स ने, दो धड़े ने, उन्हां दा कॉन्फ्लिक्ट है। जिहड़े सऊदी अरेबिया वाले ने वो सुन्नी मुस्लिम ने, जिहड़े ईरान वाले ने वो शिया मुस्लिम ने, उस तरह जो हाउदीज ने वो शिया मुस्लिम ने, तो उन्हां दे अगेंस्ट जो यमन गवर्नमेंट नूं सपोर्ट कर रहे हैं वो कर रहे हैं सऊदी जिहड़े सुन्नी मुस्लिम्स ने। सो इनू आपां सुन्नी शिया कॉन्फ्लिक्ट भी कह सकते हैं। हाउदीज आर इनडायरेक्टली सपोर्टेड बाय ईरान। ਇਹਦਾ हो गया कॉन्फ्लिक्ट बारे, टैरीटोरीयल एरिया बारे हाउदीज कहते हैं कि असी रन करना इतों की एडमिनिस्ट्रेशन नूं, बट जो सिविल गवर्नमेंट आ वो उस दे अगेंस्ट प्रोटेस्ट कर रही है तो सऊदी अरेबिया नूं सपोर्ट कर रहा, जिहदे करके सिविल वॉर काफ़ी लंबे समय तो चल रही है। दैन हुण आपां जिहड़ी बॉडी ने वो रीसेंट रिपोर्ट पब्लिश की है, जिहदे अंडर उन्होंने कहा कि अराउंड 11,000 चिल्ड्रन हैड डाइड और आर सीवियरली वूंडेड बिकॉज ऑफ द सिविल वॉर इन यमन। तो हम आप यूनीसैफ की गल करिए, यूनीसैफ बारे पढ़िए तो यूनाइटेड नेशंस चिल्ड्रनस फंड इज़ अ स्पेशल प्रोग्राम ऑफ UN टू हैल्प नैशनल गवर्नमेंट्स। जो नैशनल लैवल पर जो एफर्ट्स लीतियां जा रही ने काहदे वास्ते, चिल्ड्रन की हैल्थ नूं इंप्रूव करने वास्ते, चिल्ड्रन की एजुकेशन नूं इंप्रूव करने वास्ते, उन्होंने वैलफेयर नूं इंप्रूव, उन्होंने ओवरऑल वैलफेयर के लिए उन्होंने चीज़ों नूं सपोर्ट करने के लिए एक यूनाइटेड नेशन का एक बॉडी आ जिन्होंने कहा जाता यूनीसैफ, यूनाइटेड नेशंस चिल्ड्रनस फंड बॉडी। एक स्पेशल प्रोग्राम है UN का, ठीक है जी। दैन इट वॉज एस्टैबलिश्ड इन 1946। जिहड़ा यूनीसैफ है यूनाइटेड नेशन चिल्ड्रनस फंड है जो ये 1946 दे विच एज इंटरनेशनल चिल्ड्रनस एमरजेंसी फंड, इसका नाम जो ओरिजिनल नेम से जो इस्टैबलिश किया गया 1946, इट वॉज कॉल्ड, then it was called इंटरनेशनल चिल्ड्रनस एमरजेंसी फंड, जिन्होंने UN ने 1946 ਦੇ ਵਿੱਚ ਇਸਟੈਬਲਿਸ਼ ਕੀਤਾ ਸੀ, ठीक है जी। दैन 1953 ਦੇ ਵਿੱਚ UN ਦਾ परमानेंट मैंबर बन गया, परमानेंट पार्ट बन गया। एंड द वर्किंग ऑफ यूनीसैफ इज गाइडेड बाय 1989 कन्वेंशन ऑन राइट्स ऑफ द चाइल्ड। चिल्ड्रन राइट्स के उपर एक 1989 का कन्वेंशन है, उन्होंने दियां प्रोविजनस के अकॉर्डिंग यूनीसैफ दियां पॉलिसीज़ ने कह लो ਜਾਂ यूनीसैफ काम करता, ठीक है। यूनीसैफ का हैडकुआटर कितने जी, इट्स हैडकुआटर इज लोकेटेड इन न्यूयॉर्क। इंडिया इज वर्किंग विद यूनीसैफ सिंस 1949। दैन आप इंपॉर्टेंट रिपोर्ट्स की गल कर ली, यूनीसैफ कुछ रिपोर्ट्स पब्लिश करता, जिमें हम 2022 ਦੇ ਵਿੱਚ ਨੇ पब्लिश की सी प्रोस्पैक्ट्स फॉर चिल्ड्रन इन 2022। दैन लास्ट ईयर इट हैज़ पब्लिश द स्टेट ऑफ वर्ल्ड्स चिल्ड्रन
ठीक है, मतलब कि चिल्ड्रन दे रिलेटेड जो रिपोर्ट्स ने वो मोस्टली यूनीसेफ पब्लिश करता, ठीक है जी, ध्यान रखियो। ये सीगा दिस वाज ऑल अबाउट येमन सिविल वॉर एंड यूनीसेफ। देन नेक्स्ट इंपॉर्टेंट टॉपिक इज यूनाइटेड नेशंस सिक्योरिटी काउंसिल। United Nations Security Council. The question from this topic is, how many of the following are among the 6 main organs of UN? ਤੁਹਾਡੇ ਲਈ question ਹੈ, ਜਿਹੜਾ United Nation ਆ ਉਹਦੇ total 6 organ ਨੇ, ਤੁਸੀਂ ਦੱਸਣਾ the following given ਜੋ ਤੁਹਾਨੂੰ organs ਜੋ name mention ਨੇ ਉਹਨਾਂ ਦੇ ਵਿੱਚੋਂ ਕਿੰਨੇ ਕਿੰਨੇ ਇਹਨਾਂ ਦੇ ਵਿੱਚੋਂ options ਨੇ ਜਿਹੜੀਆਂ UN ਦੇ ਮੇਨ ਆਰਗਨਸ ਦਾ ਪਾਰਟ ਨੇ, ਠੀਕ ਹੈ। ਫਸਟ ਵਨ ਇਜ਼ ਟਰਸਟੀਸ਼ਿਪ ਕਾਉਂਸਲ, ਸੈਕੰਡ ਇਜ਼ ਸਿਕਿਉਰਿਟੀ ਕਾਉਂਸਲ, ਥਰਡ ਵਨ ਇਜ਼ ਯੂਨੈਸਕੋ, फोर्थ वन इज जनरल असैंबली एंड फिफ्थ इज इंटरनेशनल क्रिमिनल कोर्ट, ठीक है जी। तुसीं दसना इन्हां चों किन्नियां बॉडीज़, नंबर दसना, तुसीं ये नहीं दसना किहड़ियां किहड़ियां ने, क्योंकि 2021 ਦੇ ਵਿੱਚ ਜੋ UPSC ਦਾ पेपर 21-22 ਦੇ ਵਿੱਚ जो पेपर ਸੀ ਉਹਦੇ 'ਚ इदां ਦੇ क्वेश्चन भी पूछे गए ने। मतलब कि ये नहीं पूछा कि किहड़ियां इन्हां चों हैगियां ने, ये पूछा कि इन्हां चों किन्नियां उस क्वेश्चन का आंसर ने, ठीक है। तुसीं दसना कि 5 चों 2 ने, 3 ने, 4 ने जां सारियां ने, ठीक है जी। देन अपने कोले हुण आपां UN सिक्योरिटी काउंसिल बारे पढ़िए। वाई इज इन न्यूज़ बिकॉज इंडिया इज होल्डिंग द प्रेजिडेंसी। UNSC दी जो दिसंबर मंथ दे लई, दिसंबर 2020 दे लई जो प्रेजिडेंट है UN सिक्योरिटी काउंसिल का, वो कौन है जी? वो इंडिया है, ठीक है, वेरी इंपॉर्टेंट। सो तां करके न्यूज़ दे विच ते रिसेंटली साडे जो एक्सटर्नल अफेयर मिनिस्टर ने जयशंकर जी, वो भी न्यूयॉर्क जा रहे हैं, उत्थे इन्हां दियां 2 मीटिंग्स ने, उन्होंने पार्टिसिपेट करने लिए, तां करके न्यूज़ दे विच सी। तो UNSC है की है? UNSC यूनाइटेड नेशन के 6 ऑर्गनस दे विचों एक है, ठीक है। जो ये 6 मेन ऑर्गन ने उन्होंने विचों एक है UNSC। इट वॉज एस्टैबलिश्ड अंडर UN चार्टर इन 1945। 1945 ਦੇ ਵਿੱਚ UNSC ਨੂੰ ਬਣਾਇਆ ਗਿਆ, ਕਾਹਦੇ ਲਈ? पीस एंड सिक्योरिटी एट द ग्लोबल लैवल, पीस एंड सिक्योरिटी ਨੂੰ मेनटेन ਕਰਨ ਦੇ ਲਈ ਇਸ ਬੋਡੀ ਨੂੰ ਐਸਟੈਬਲਿਸ਼ ਕੀਤਾ ਗਿਆ ਤੇ ਇਹਦਾ ਹੈੱਡਕੁਆਟਰ ਇਹਦਾ ਵੀ ਨਿਊਯਾਰਕ ਦੇ ਵਿੱਚ ਆ। ਜਿਵੇਂ ਆਪਾਂ ਯੂਨੀਸੈਫ ਦਾ ਹੈੱਡਕੁਆਟਰ ਪੜ੍ਹਿਆ ਸੀ, ਉਸੇ ਤਰ੍ਹਾਂ UNSC ਦਾ ਹੈੱਡਕੁਆਟਰ ਵੀ ਨਿਊਯਾਰਕ ਦੇ ਵਿੱਚ ਆ। ਦੈਨ ਮੈਂਬਰਸ ਆਫ UNSC, ਇਹਦੇ ਕਿੰਨੇ ਮੈਂਬਰ ਨੇ ਜੀ? ਟੋਟਲ ਇਹਦੇ 15 ਮੈਂਬਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਜਿਹੜੇ 5 ਮੈਂਬਰ ਨੇ ਦੇ ਆਰ ਕਾਲਡ ਪਰਮਾਨੈਂਟ ਮੈਂਬਰਸ ਔਰ P5। ਬਾਕੀ ਜਿਹੜੇ 10 ਮੈਂਬਰ ਨੇ ਉਹਨਾਂ ਨੂੰ 2 ਸਾਲ ਦੀ ਟਰਮ ਦੇ ਲਈ ਇਲੈਕਟ ਕੀਤਾ ਜਾਂਦਾ। ਐਵਰੀ ਈਅਰ 5 ਮੈਂਬਰ ਇਲੈਕਟ ਹੁੰਦੇ ਨੇ 2 ਸਾਲ ਦੇ ਲਈ, ਤੇ ਜਿਹੜੇ ਦੂਸਰੇ 5 ਹੁੰਦੇ ਨੇ ਉਹ ਰਿਟਾਇਰ ਹੋ ਜਾਂਦੇ ਨੇ, ਠੀਕ ਹੈ ਜੀ। ਮਤਲਬ ਪੁਰਾਣੇ 5 ਜਿਨ੍ਹਾਂ ਦੇ 2 ਸਾਲ ਪੂਰੇ ਹੋ ਗਏ, ਉਹ ਉਹਨਾਂ ਦਾ ਜਿਨ੍ਹਾਂ ਦਾ 2 ਸਾਲਾਂ ਦਾ ਟਰਮ ਪੂਰਾ ਹੋ ਗਿਆ, ਉਹਨਾਂ ਨੂੰ ਰਿਪਲੇਸ ਕਰਨ ਦੇ ਲਈ 5 ਨਵੇਂ ਮੈਂਬਰ ਨੌਨ ਪਰਮਾਨੈਂਟ ਮੈਂਬਰ ਨੂੰ ਇਲੈਕਟ ਕੀਤਾ ਜਾਂਦਾ ਐਵਰੀ ਈਅਰ। ਤੇ ਜਿਹੜੇ ਨੌਨ ਪਰਮਾਨੈਂਟ ਮੈਂਬਰ ਹੁੰਦੇ ਨੇ ਉਹਨਾਂ ਦੀ ਟਰਮ ਹੁੰਦੀ ਆ 2 ਸਾਲ ਦੀ, ਤੇ 5 ਇਹਦੇ ਪਰਮਾਨੈਂਟ ਮੈਂਬਰ ਨੇ। ਪਰਮਾਨੈਂਟ ਮੈਂਬਰ ਕਿਹੜੇ ਕਿਹੜੇ ਨੇ ਜੀ? US ਆ, then Russia, then UK, then France, and then US, Russia, France, UK and China। And currently India is one among 10 non-permanent members and is holding the membership for 8th time। याद रखियो जो प्रेजेंट टर्म चल रही है ना इंडिया की, जी 2022 ਦੇ ਵਿੱਚ 21 ਤੋਂ 22 तक ਸੀਗੀ टर्म, 21 वाला ਤੇ 2022 वाला पीरियड आ। इंडिया ये 8th टाइम मैंबर बनया UN का एज अ नॉन परमानेंट मैंबर, 8वीं बार मैंबर बनया, ठीक है जी। ये दैन ईच मैंबर हैज़ 1 वोट। हर एक मैंबर की एक वोट होंगी है, जो कोई भी डिसीजन लिया जाता तो उन्होंने वोटिंग करवाई जाती है, जिहदे हर एक मैंबर को चाहे परमानेंट आ चाहे नॉन परमानेंट आ, उन्होंने को एक वोट होंगी है। ਜਿਹੜੇ भी मुद्दे ते वोटिंग हो रही है ਉਹਦੇ सपोर्ट ਦੇ ਵਿੱਚ ਜੇ 9 वोट्स ने इनकलूडिंग P5 ਤਾਂ ਉਹਨੂੰ ਪਾਸ ਕਰ ਦਿੱਤਾ ਜਾਂਦਾ, ਠੀਕ ਹੈ ਜੀ। ਪਲੱਸ ਐਡੀਸ਼ਨਲੀ ਜਿਹੜੇ ਪਰਮਾਨੈਂਟ ਮੈਂਬਰਸ ਨੇ ਦੇ ਆਰ ਗਿਵਨ ਅ ਵੀਟੋ ਪਾਵਰ, ਮਤਲਬ ਉਹ ਕਿਸੇ ਵੀ ਡਿਸੀਜਨ ਨੂੰ ਰੋਕ ਸਕਦੇ ਨੇ। ਜੇ ਕੋਈ ਵੀ ਇੱਕ ਮੈਂਬਰ ਮਨਾ ਕਰਦੇ ਕਿ ਨਹੀਂ ਮੈਂ ਇਸ ਮੁੱਦੇ ਨੂੰ ਸਪੋਰਟ ਨਹੀਂ ਕਰਨਾ, ਮੈਂ ਇਸ ਮੈਟਰ ਨੂੰ ਸਪੋਰਟ ਨਹੀਂ ਕਰਨਾ, ਤਾਂ ਉਹ ਮੈਟਰ ਇੰਪਲੀਮੈਂਟ ਨਹੀਂ ਹੋਊਗਾ। ਕਿਉਂ? ਕਿਉਂਕਿ ਪਰਮਾਨੈਂਟ 5 ਜਿਹੜੇ 5 ਮੈਂਬਰ ਨੇ ਉਹਨਾਂ ਦੀ ਸਪੋਰਟ ਜ਼ਰੂਰੀ ਆ।
ਉਹਨਾਂ ਕੋਲੇ ਵੀਟੋ ਪਾਵਰ ਆ, ਜੇ ਇੱਕ ਬੰਦੇ ਨੇ ਵੀ ਵੀਟੋ ਕਰਤਾ ਤਾਂ ਉਹ ਡਿਸੀਜਨ ਇੰਪਲੀਮੈਂਟ ਨਹੀਂ ਹੋਊਗਾ। ਤੇ ਹੁਣ ਆਪਾਂ ਗੱਲ ਕਰੀਏ ਦੀ ਪ੍ਰੈਜ਼ੀਡੈਂਸੀ ਦੀ, ਪ੍ਰੈਜ਼ੀਡੈਂਸੀ ਐਵਰੀ ਮੰਥ ਰੋਟੇਟ ਹੁੰਦੀ ਆ, ਇਹਦੇ ਜੋ ਮੈਂਬਰਸ ਨੇ, ਠੀਕ ਹੈ ਜੀ, 15 ਮੈਂਬਰ ਨੇ ਇਨਕਲੂਡਿੰਗ ਪਰਮਾਨੈਂਟ ਐਂਡ ਨੋਨ ਪਰਮਾਨੈਂਟ, ਦੋਨਾਂ ਪਰਮਾਨੈਂਟ ਨੋਨ ਪਰਮਾਨੈਂਟ ਮੈਂਬਰਸ ਦੇ ਵਿੱਚ ਐਵਰੀ ਮੰਥ ਹਰ ਇੱਕ ਮੈਂਬਰ ਇੱਕ ਇੱਕ ਮਹੀਨੇ ਲਈ ਪ੍ਰੈਜ਼ੀਡੈਂਟ ਬਣਦਾ, ਤੇ ਹੁਣ ਕਰੰਟਲੀ ਪ੍ਰੈਜ਼ੀਡੈਂਟ ਹੈ ਇੰਡੀਆ। ਫਿਰ ਆਪਾਂ ਗੱਲ ਕਰਦੇ ਹਾਂ ਜੀ ਆਰਗਨਸ ਆਫ UN, ਜਿਹੜੇ ਮੇਨ ਆਰਗਨਸ ਨੇ ਉਹਨਾਂ ਦੀ ਜੇ ਗੱਲ ਕਰੀਏ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਪੇਪਰ 'ਚ ਕਈ ਵਾਰੀ ਪੁੱਛੇ ਵੀ ਗਏ ਨੇ ਤੇ ਪੁੱਛੇ ਜਾ ਵੀ ਸਕਦੇ ਨੇ ਅੱਗੇ। ਪਹਿਲਾਂ ਹੋ ਗਿਆ UN ਸਿਕਿਉਰਿਟੀ ਕਾਊਂਸਿਲ, ਦੈਨ ਸੈਕਟਰੀਏਟ, then economic and social council, then trusteeship council, then international court of justice, then united nation general assembly, ਠੀਕ ਹੈ ਜੀ। 6 ਮੈਂਬਰ ਇਹਦੇ ਮੇਨ ਆਰਗਨ ਨੇ, ਤੇ ਕਾਫੀ ਲੰਮੇ ਸਮੇਂ ਤੋਂ UN ਰਿਫਾਰਮਸ ਦੀ ਗੱਲ ਚੱਲ ਰਹੀ ਆ। ਉਹਦੇ ਕਈ ਕਾਰਨ ਨੇ, ਇੱਕ ਤਾਂ ਕਾਰਨ ਹੈ ਵੀ ਜੋ ਪਰਮਾਨੈਂਟ 5P5 ਮੈਂਬਰਸ ਨੇ ਉਹਨਾਂ ਨੂੰ ਅਪਡੇਟ ਹੀ ਨਹੀਂ ਕੀਤਾ, ਉਹਨਾਂ 'ਚ ਕੋਈ ਐਡੀਸ਼ਨ ਨਹੀਂ ਕੀਤੀ, ਕੋਈ ਉਹਨਾਂ 'ਚ ਰਿਮੂਵਲ ਨਹੀਂ ਕੀਤਾ। ਜਦੋਂ ਦਾ ਇਹ ਬੋਡੀ ਬਣੀ ਆ ਉਦੋਂ ਦੇ ਮੋਸਟਲੀ ਕਹਿ ਲਓ ਵੀ ਪਿਛਲੇ 35-40 ਸਾਲਾਂ ਤੋਂ ਪਰਮਾਨੈਂਟ ਮੈਂਬਰ ਸਿਰਫ 5 ਹੀ ਨੇ, ਠੀਕ ਹੈ। ਸੋ ਇਹ ਤਾਂ ਹੈ ਨਹੀਂ ਕਿ ਉਦੋਂ ਬਾਅਦ ਕੋਈ ਗਲੋਬਲ ਲੈਵਲ 'ਤੇ ਕਹਿ ਲਓ ਇੱਦਾਂ ਦੀਆਂ ਚੇਂਜਸ ਨਹੀਂ ਹੋਈਆਂ ਕਿ ਉਹਨਾਂ 5 ਤੋਂ ਬਿਨਾਂ ਹੋਰ ਕੋਈ ਇੰਪੋਰਟੈਂਟ ਨੇਸ਼ਨ ਹੀ ਨਹੀਂ ਹੈ, ਰੈਲੇਵੈਂਟ ਹੀ ਨਹੀਂ ਹੈ, ਜਾਂ ਕਹਿ ਲਓ ਜਿਹਨੂੰ ਇਹਦਾ ਪਰਮਾਨੈਂਟ ਮੈਂਬਰ ਨਹੀਂ ਬਣਾਇਆ ਜਾ ਸਕਦਾ, ਠੀਕ ਹੈ ਜੀ। ਉਹ ਇੱਕ ਗਰਾਊਂਡ ਹੈ ਵੀ ਇਹਦੇ ਜੋ P5 ਮੈਂਬਰਸ ਨੇ ਉਹਨਾਂ ਨੂੰ ਪਿਛਲੀਆਂ 3-4 ਡੈਕੇਡਸ ਤੋਂ ਉਹਨਾਂ ਦੇ ਵਿੱਚ ਕੋਈ ਅਪਡੇਟ ਨਹੀਂ ਕੀਤੀ ਗਈ, ਕੋਈ ਨਵੀਂ ਐਡੀਸ਼ਨ ਜਾਂ ਕੋਈ ਰਿਮੂਵਲ ਨਹੀਂ ਕੀਤੀ ਗਈ, ਫਸਟ ਥਿੰਗ। ਸੈਕਿੰਡ ਕਹਿੰਦੇ ਜਿਹੜੇ ਇਹਦੇ ਨੋਨ ਪਰਮਾਨੈਂਟ ਮੈਂਬਰ ਨੇ ਨਾ ਉਹਨਾਂ ਨੂੰ ਵੀ ਪ੍ਰੋਪਰ, ਜਿਵੇਂ ਆਪਾਂ ਗੱਲ ਕਰੀਏ ਪੂਰੇ ਗਲੋਬਲ ਲੈਵਲ ਦੀ ਗੱਲ ਕਰੀਏ, ਉਹਨਾਂ ਨੂੰ ਵੀ ਬਹੁਤ ਪੂਰੇ, ਜੇ ਆਪਾਂ ਗਲੋਬ ਦੀ ਗੱਲ ਕਰਦੇ ਹਾਂ ਤਾਂ ਨਾ ਅਨਇਕੁਅਲ ਰਿਪਰੈਜ਼ੈਂਟੇਸ਼ਨ ਦਿੱਤੀ ਜਾ ਰਹੀ ਹੈ। ਉਹਦੇ 'ਚ ਮਤਲਬ ਹਰ ਇੱਕ ਰੀਜਨ ਨੂੰ ਐਡੀਕੁਏਟਲੀ ਰਿਪਰੈਜ਼ੈਂਟ ਉੱਥੇ ਨਹੀਂ ਕੀਤਾ ਜਾ ਰਿਹਾ। ਸੋ ਉਹ ਵੀ ਇੱਕ ਇਹਦੇ ਰਿਫਾਰਮਸ ਦੀ ਗੱਲ, ਉਸ ਬੇਸਿਸ ਤੇ ਵੀ ਰਿਫਾਰਮ ਡਿਮਾਂਡ ਕੀਤੇ ਜਾ ਰਹੇ ਨੇ ਰਿਫਾਰਮਸ। ਥਰਡ ਵਨ ਕਿ UNSC ਆ ਜੋ ਉਹਦੀ ਕ੍ਰੈਡੀਬਿਲਿਟੀ, ਉਹਦੀ ਐਫੀਸ਼ੀਐਂਸੀ ਘਟ ਰਹੀ ਹੈ। ਜਿਵੇਂ ਆਪਾਂ ਹੁਣੇ ਗੱਲ ਕੀਤੀ ਸੀ, ਪਿੱਛੇ ਯਮਨ ਦੇ ਵਿੱਚ ਸਿਵਲ ਵਾਰ ਚੱਲ ਰਹੀ ਹੈ ਪਿਛਲੇ 7-8 ਸਾਲਾਂ ਤੋਂ। UN ਸਿਕਿਉਰਿਟੀ ਕਾਊਂਸਿਲ ਆ ਜੋ ਉਹ ਬੋਡੀ ਬਣਾਈ ਸੀ ਆਪਾਂ ਪੀਸ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਦੇ ਲਈ, ਬਟ ਜੇ ਪਿਛਲੇ 7 ਸਾਲਾਂ ਤੋਂ ਕਿਤੇ ਸਿਵਲ ਵਾਰ ਚੱਲ ਰਹੀ ਆ ਜਿਹਦੇ 'ਚ ਅਰਾਊਂਡ 11,000 ਚਿਲਡਰਨਸ ਦੀ ਜਾਂ ਡੈਥ ਹੋਈ ਆ ਜਾਂ ਉਹ ਬਹੁਤ ਕ੍ਰਿਟੀਕਲੀ ਸੀਵੀਅਰਲੀ ਇੰਜਰਡ ਹੋਏ ਨੇ, ਤੇ UNSC ਕੀ ਕਰ ਰਿਹਾ ਫਿਰ, ਹੈ ਨਾ? ਮਤਲਬ ਐਫੀਸ਼ੀਐਂਟ ਹੀ ਨਹੀਂ ਹੈ ਜੇ ਉਹ ਸਿਵਲ ਵਾਰ ਨੂੰ ਰੋਕ ਨਹੀਂ ਪਾ ਰਿਹਾ। ਤੇ ਫਿਰ ਆਪਾਂ ਇਸੇ ਤਰ੍ਹਾਂ ਹੋਰ ਬਹੁਤ ਮੁੱਦੇ ਨੇ, ਜਿੱਦਾਂ ਇਜ਼ਰਾਈਲ ਪੈਲਸਤੀਨ ਦਾ ਇਸ਼ੂ ਆ, ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ, ਉਹ ਵੀ ਉਹਦਾ ਵੀ ਕੋਈ ਸੋਲਿਊਸ਼ਨ ਨਹੀਂ ਮਿਲ ਰਿਹਾ। ਸੋ UNSC ਦੀ ਜੋ ਕ੍ਰੈਡੀਬਿਲਿਟੀ ਆ, ਜੋ ਇਹਦੀ ਐਫੀਸ਼ੀਐਂਸੀ ਆ, ਉਹਦੇ ਤੇ ਵੀ ਕੁਐਸਚਨ ਉਠਾਏ ਜਾ ਰਹੇ ਨੇ। ਸੋ ਇਹ 3-4 ਪੁਆਇੰਟਸ ਨੇ ਜਿਨ੍ਹਾਂ ਦੇ ਉੱਪਰ ਰਿਫਾਰਮਸ ਦੀ ਡਿਮਾਂਡ ਕੀਤੀ ਜਾ ਰਹੀ ਹੈ। ਪਲੱਸ ਇੰਡੀਆ ਦੀ ਗੱਲ ਕਰੀਏ, ਜਦੋਂ ਆਪਾਂ ਇੰਡੀਆ, ਬ੍ਰਾਜ਼ੀਲ, ਜਾਪਾਨ, ਇਹ 3-4 ਨੇਸ਼ਨ ਨੇ, ਜਾਂ ਸਾਊਥ ਅਫਰੀਕਾ, ਜਿਨ੍ਹਾਂ ਨੂੰ ਪਰਮਾਨੈਂਟ ਮੈਂਬਰਸ ਦੇ ਵਿੱਚ ਐਡ ਕਰਨ ਦੀ ਗੱਲ ਹੋ ਰਹੀ ਹੈ, ਕਿਉਂਕਿ ਇਹਨਾਂ ਦਾ ਜੋ ਗਲੋਬਲ ਕਲਾਊਟ ਹੈ ਉਹ ਬਹੁਤ ਵੱਧ ਰਿਹਾ। ਗਲੋਬਲ ਇਕੋਨਮੀ ਨੂੰ ਕਹਿ ਲਓ ਜਾਂ ਗਲੋਬਲ ਲੈਵਲ 'ਤੇ ਜੋ ਇਹਨਾਂ ਦੀ ਇੰਪੋਰਟੈਂਸ ਆ ਉਹ ਬਹੁਤ ਵੱਧ ਰਹੀ ਆ, ਜਿਹਨੂੰ ਦੇਖਦੇ ਹੋਏ ਇਹਨਾਂ ਨੂੰ P5 ਦਾ ਪਾਰਟ ਹੋਣਾ ਚਾਹੀਦਾ। ਇਹ ਬਹੁਤ ਨੇਸ਼ਨਸ ਨੇ ਮੰਗ ਕਰ ਰਹੇ ਨੇ, ਠੀਕ ਹੈ ਜੀ। ਸੋ ਇਹ ਸੀਗਾ UNSC ਬਾਰੇ। ਤੇ ਨੈਕਸਟ ਸਾਡਾ ਜੋ ਟੌਪਿਕ ਹੈ ਅੱਜ ਦੀ ਸਾਡੀ ਡਿਸਕਸ਼ਨ ਦਾ ਲਾਸਟ ਟੌਪਿਕ ਹੈ, ਦੈਟ ਇਜ਼ ਟ੍ਰੋਪੀਕਲ ਸਾਈਕਲੋਨਸ। ਵੈਰੀ ਇੰਪੋਰਟੈਂਟ, ਇਹ ਕਰੰਟ ਦੇ ਵਿੱਚ ਵੀ ਚੱਲ ਰਿਹਾ, ਪਲੱਸ ਸਾਡਾ ਜਿਓਗ੍ਰਾਫੀ ਦਾ ਸਟੈਟਿਕ ਦਾ ਪਾਰਟ ਵੀ ਹੈ ਜੀ ਇਹ, ਠੀਕ ਹੈ। ਸਾਈਕਲੋਨਸ ਉਹਦਾ ਇੱਕ ਪ੍ਰੋਪਰ ਟੌਪਿਕ ਆ। ਤੇ ਇੱਕ ਕੁਐਸਚਨ ਹੈ ਤੁਹਾਡੇ ਲਈ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਔਰ ਸਟੇਟਮੈਂਟਸ ਇਜ਼ ਆਰ ਕਰੈਕਟ ਅਬਾਊਟ ਟ੍ਰੋਪੀਕਲ ਸਾਈਕਲੋਨਸ। ਤੁਸੀਂ ਦੱਸਣਾ ਇਹਨਾਂ ਚੋਂ ਕਿਹੜੀਆਂ ਸਟੇਟਮੈਂਟਸ ਕਰੈਕਟ ਨੇ। ਫਸਟ ਸਟੇਟਮੈਂਟ ਇਜ਼ ਟ੍ਰੋਪੀਕਲ ਸਾਈਕਲੋਨਸ ਆਰ ਯੂਜੂਅਲੀ ਫਾਊਂਡ ਬਿਯੋਂਡ 23 ਡਿਗਰੀ ਨਾਰਥ ਸਾਊਥ ਲੈਟੀਟਿਊਡਸ, ਠੀਕ ਹੈ ਜੀ। ਮਤਲਬ 23 ਡਿਗਰੀ ਨਾਰਥ ਲੈਟੀਟਿਊਡ ਜਾਂ 23 ਡਿਗਰੀ ਸਾਊਥ ਲੈਟੀਟਿਊਡ, ਉਹਨਾਂ ਤੋਂ ਬਿਯੋਂਡ ਇਹ ਸਾਈਕਲੋਨਸ ਨੇ ਜਿਹੜੇ ਯੂਜੂਅਲੀ ਮਿਲਦੇ ਨੇ, ਪਹਿਲੀ ਸਟੇਟਮੈਂਟ ਦੇ ਅਕੋਰਡਿੰਗ। ਸੈਕੰਡ ਸਟੇਟਮੈਂਟ, these are characterized by high pressure center, ਵੀ ਇਹਨਾਂ ਦੇ ਸੈਂਟਰ ਦੇ ਵਿੱਚ ਹਾਈ ਪ੍ਰੈਸ਼ਰ ਹੁੰਦਾ। ਥਰਡ ਸਟੇਟਮੈਂਟ ਇਜ਼ ਡਾਇਰੈਕਸ਼ਨ ਆਫ देयर wind flow is counter clockwise in northern hemisphere and is clockwise in southern hemisphere। ਤੁਸੀਂ ਦੱਸਣਾ ਇਹ ਤਿੰਨੋਂ ਸਟੇਟਮੈਂਟਸ ਕਰੈਕਟ ਨੇ ਜਾਂ ਇਹਨਾਂ ਤਿੰਨਾਂ ਚੋਂ ਇੱਕ ਸਟੇਟਮੈਂਟ ਕਰੈਕਟ ਆ, ਠੀਕ ਹੈ ਜੀ। ਦੈਨ ਹੁਣ ਆਪਾਂ ਗੱਲ ਕਰੀਏ ਟ੍ਰੋਪੀਕਲ ਸਾਈਕਲੋਨਸ ਬਾਰੇ। ਵਾਈ ਨਿਊਜ਼ ਅ ਟ੍ਰੋਪੀਕਲ ਸਾਈਕਲੋਨ ਨੇਮਡ, very important, tropical cyclone named Mondos
इज करंटली बीइंग एक्टिव इन बे ऑफ बंगाल। बे ऑफ बंगाल जो साडा एरिया इंडियन ओशन का, ਉਹਦੇ ਚ ਕਰੰਟਲੀ एक साइक्लोन एक्टिव आ, ਉਹਦਾ नाम है जी मंडाउस। व्हाट इज अ साइक्लोन? साइक्लोन ਹੁੰਦਾ ਕੀ ਆ ਸਾਨੂੰ पता, ਜਿਵੇਂ ਤੁਸੀਂ ਸਾਰਿਆਂ ਨੇ ਆਪਾਂ ਸਕੂਲ ਲੈਵਲ ਤੋਂ ਪੜ੍ਹਦੇ ਆ ਰਹੇ ਹਾਂ, ਸਕੂਲ ਟਾਈਮ ਤੋਂ ਪੜ੍ਹਦੇ ਆ ਰਹੇ ਹਾਂ ਸਾਈਕਲੋਨਸ ਬਾਰੇ। ਸਾਈਕਲੋਨ ਕੀ ਹੈ? ਇਜ਼ ਅ ਸਿਸਟਮ ਆਫ ਲਾਰਜ 에ਅਰ ਮਾਸ that rotates around a center of low pressure, very important। ਠੀਕ ਹੈ ਜੀ, ਸੈਂਟਰ ਦੇ ਵਿੱਚ ਲੋ ਪ੍ਰੈਸ਼ਰ ਹੁੰਦਾ, ਜਿਵੇਂ ਆਪਾਂ ਨੂੰ ਪਤਾ ਵੀ ਸੈਂਟਰ ਆਏ ਇਸ ਤਰ੍ਹਾਂ ਘੁੰਮ ਰਿਹਾ ਨਾ ਟੂਵਰਡ ਸੈਂਟਰ, ਕਿਉਂਕਿ ਜਦੋਂ ਆਪਾਂ ਪੜ੍ਹਦੇ ਹਾਂ ਨਾ 에ਅਰ ਦੀ ਡਾਇਰੈਕਸ਼ਨ ਪੜ੍ਹੀਏ, ਜੇ ਆਪਾਂ 에ਅਰ ਮੂਵ ਆਪਾਂ ਗੱਲ ਕਰੀਏ ਵੀ 에ਅਰ ਜਦੋਂ ਫਲੋ ਕਰਦੀ ਆ ਜਾਂ ਵਿੰਡਸ ਨੇ ਜਿਹੜੀਆਂ ਉਹ ਬਲੋ ਕਰਦੀਆਂ ਨੇ, ਜਿਵੇਂ ਦੋ ਰੀਜਨਸ ਨੇ, ਇੱਕ ਆ ਏਰੀਆ ਇੱਕ ਆ ਏਰੀਆ, ਠੀਕ ਹੈ ਜੀ। ਇੱਥੇ ਹੈਗਾ ਹਾਈ ਪ੍ਰੈਸ਼ਰ, ਇੱਥੇ ਹੈਗਾ ਲੋ ਪ੍ਰੈਸ਼ਰ। ਤਾਂ ਜਿਹੜੀ 에ਅਰ ਹੋਊ ਸਰਫੇਸ ਤੇ ਹੋਊ, ਉਹ 에ਅਰ ਹਮੇਸ਼ਾ ਇਹਨਾਂ ਕਹਿ ਲਓ ਜੋ ਪ੍ਰੈਸ਼ਰ ਡਿਫਰੈਂਸ ਆ ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰੂ, ਫਰੋਮ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਜਾਊਗੀ 에ਅਰ, ਠੀਕ ਹੈ ਜੀ, ਇਸ ਤਰ੍ਹਾਂ ਜਾਊ। ਕਿਉਂਕਿ ਜਦੋਂ ਆਪਾਂ ਦੇਖਦੇ ਹਾਂ, ਆਪਾਂ ਟਾਇਰ ਦੀ ਟਿਊਬ ਦੇਖਦੇ ਹਾਂ, ਜੇ ਆਪਾਂ ਉਹਨੂੰ ਥੋੜਾ ਜਿਹਾ ਮੂੰਹ ਖੋਲ ਦਈਏ ਤਾਂ ਵਿੱਚੋਂ ਹਵਾ ਬਾਹਰ ਆ ਜਾਂਦੀ ਹੈ, ਬਾਹਰਲੀ ਹਵਾ ਵਿੱਚ ਨਹੀਂ ਜਾਂਦੀ, ਵਿੱਚੋਂ ਬਾਹਰ ਆਉਂਦੀ ਹੈ। ਕਿਉਂ? ਬਿਕੋਜ਼ ਇਨਸਾਈਡ ਦਾ ਟਿਊਬ ਜੋ 에ਅਰ ਪ੍ਰੈਸ਼ਰ ਆ ਉਹ ਜ਼ਿਆਦਾ ਹੈਗਾ ਐਜ਼ ਕੰਪੇਅਰ ਟੂ ਆਊਟਸਾਈਡ। ਤਾਂ ਉਸ ਚੀਜ਼ ਨੂੰ ਬੈਲੈਂਸ ਕਰਨ ਦੇ ਲਈ, ਉਸ ਚੀਜ਼ ਨੂੰ ਇੱਕ ਇਕੁਇਲਿਬਰੀਅਮ ਦੇ ਵਿੱਚ ਲੈ ਕੇ ਆਉਣ ਦੇ ਲਈ, ਇਹ ਜੋ ਟਾਇਰ ਦੀ ਟਿਊਬ ਹੁੰਦੀ ਹੈ ਉਹਦੇ ਚੋਂ 에ਅਰ ਬਾਹਰ ਆ ਜਾਂਦੀ ਹੈ, ਠੀਕ ਹੈ। ਉਹ ਮਤਲਬ ਕੀ ਹੈ ਵੀ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ 에ਅਰ ਬਲੋ ਕਰਦੀ ਹੈ ਜਦੋਂ ਵੀ ਵਿੰਡਸ ਬਲੋ ਕਰਦੀਆਂ ਨੇ, ਠੀਕ ਹੈ। ਤੇ ਹੁਣ ਆਪਾਂ ਗੱਲ ਕਰੀਏ ਸਾਈਕਲੋਨ ਦੀ। ਸਾਨੂੰ ਪਤਾ ਜਿਵੇਂ ਆਹ ਸੈਂਟਰ ਆ, ਜੇ ਤੁਹਾਨੂੰ ਦੱਸਿਆ ਵੀ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਮੂਵ ਕਰਨਾ 에ਅਰ ਨੇ, ਤਾਂ ਜਿਵੇਂ ਆਹ ਸੈਂਟਰ ਆ, ਇੱਥੋਂ ਸਾਰੀਆਂ ਜੋ 에ਅਰਸ ਹੋਣਗੀਆਂ, ਵਿੰਡਸ ਹੋਣਗੀਆਂ ਨਾ ਬਾਹਰੋਂ ਬਲੋ ਕਰ ਰਹੀਆਂ ਨੇ, ਟੂਵਰਡਸ ਸੈਂਟਰ ਜਾਣਗੀਆਂ ਸਾਈਕਲੋਨ ਦੇ ਵਿੱਚ, ਬਿਕੋਜ਼ ਇੱਥੇ ਲੋ ਪ੍ਰੈਸ਼ਰ ਹੈ। ਲੋ ਪ੍ਰੈਸ਼ਰ ਨੂੰ ਆਪਾਂ ਨੈਗੇਟਿਵ ਦੇ ਨਾਲ ਡਿਨੋਟ ਕਰਦੇ ਹਾਂ, ਠੀਕ ਹੈ ਜੀ। ਇਹ ਹੋ ਗਿਆ ਸਾਈਕਲੋਨ। ਮਤਲਬ ਕਿ ਬਾਹਰੋਂ ਜਦੋਂ ਆਪਾਂ ਨੂੰ ਪਤਾ ਨਾ ਬਾਹਰੋਂ 에ਅਰ ਅੰਦਰ ਨੂੰ ਆਉਂਦੀ ਆ, ਮਤਲਬ ਅੰਦਰ ਲੋ ਪ੍ਰੈਸ਼ਰ ਆ, ਤਾਂ ਹੀ ਬਾਹਰੋਂ 에ਅਰ ਆ ਰਹੀ ਆ। ਜੇ ਅੰਦਰੋਂ ਬਾਹਰ ਨੂੰ 에ਅਰ ਜਾਊ, ਦੈਟ ਮੀਨਸ ਅੰਦਰ ਹਾਈ ਪ੍ਰੈਸ਼ਰ ਆ, ਕਿਉਂਕਿ 에ਅਰ ਹਮੇਸ਼ਾ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਮੂਵ ਕਰੂ। ਬਟ ਸਾਈਕਲੋਨ ਸਾਨੂੰ ਪਤਾ ਕਿ ਟੂਵਰਡਸ ਸੈਂਟਰ ਮੂਵ ਕਰਦੀ ਆ, ਦੈਟ ਮੀਨਸ ਸੈਂਟਰ ਦੇ ਵਿੱਚ ਲੋ ਪ੍ਰੈਸ਼ਰ ਹੈ, ਵੈਰੀ ਇੰਪੋਰਟੈਂਟ। ਜਿਵੇਂ ਇਹਦੇ ਵਿੱਚ ਵੀ ਸਾਨੂੰ ਪਤਾ ਲੱਗ ਰਿਹਾ, ਸੈਂਟਰ ਦੇ ਵਿੱਚ ਸਾਨੂੰ ਐ ਲੱਗ ਰਿਹਾ ਵੀ ਸਾਰਾ ਕੁਝ ਬਾਹਰੋਂ ਸੈਂਟਰ ਵੱਲ ਨੂੰ ਜਾ ਰਿਹਾ। ਦੈਨ ਆਪਾਂ ਗੱਲ ਕਰੀਏ ਵਰਡ ਸਾਈਕਲੋਨ ਦੀ। ਇਟ ਇਜ਼ ਡਰਾਈਵਡ ਫਰੋਮ ਅ ਗ੍ਰੀਕ ਵਰਡ ਸਾਈਕਲੋਜ਼ ਮੀਨਿੰਗ ਕੁਆਇਲਸ ਆਫ ਸਨੇਕ, ਠੀਕ ਹੈ। ਦੈਨ ਵੈਰੀ ਇੰਪੋਰਟੈਂਟ ਫੈਕਟ ਸਾਈਕਲੋਨਸ ਬਾਰੇ ਸਾਡੇ ਲਈ ਜੋ ਬਹੁਤ ਰੈਲੇਵੈਂਟ ਆ, ਪੇਪਰ 'ਚ ਪੁੱਛਿਆ ਜਾਂਦਾ, ਦੈਟ ਇਜ਼ ਡਾਇਰੈਕਸ਼ਨ ਆਫ 에ਅਰ ਸਰਕੂਲੇਸ਼ਨ। ਇਹਦੇ ਵਿੱਚ 에ਅਰ ਸਰਕੂਲੇਸ਼ਨ ਦੀ ਡਾਇਰੈਕਸ਼ਨ ਕੀ ਆ? ਇਟ ਇਜ਼ ਐਂਟੀ ਕਲੌਕਵਾਈਜ਼ ਇਨ ਨਦਰਨ ਹੈਮੀਸਫੀਅਰ ਐਂਡ ਇਜ਼ ਕਲੌਕਵਾਈਜ਼ ਇਨ ਸਦਰਨ ਹੈਮੀਸਫੀਅਰ। ਜਦੋਂ ਆਪਾਂ ਅਰਥ ਦੇ ਨਦਰਨ ਹੈਮੀਸਫੀਅਰ ਦੀ ਗੱਲ ਕਰਦੇ ਹਾਂ, ਤਾਂ ਜੋ ਸਾਈਕਲੋਨਸ ਦੇ ਵਿੱਚ 에ਅਰ ਮੂਵ ਕਰ ਰਹੀ ਹੈ, 에ਅਰ ਬਲੋ ਕਰ ਰਹੀ ਹੈ, ਉਹਦੀ ਜੋ ਡਾਇਰੈਕਸ਼ਨ ਹੁੰਦੀ ਆ, ਵਿੰਡਸ ਨੇ ਜੋ ਉਹ ਮੂਵ ਕਰ ਰਹੀਆਂ ਨੇ, ਬਲੋ ਕਰ ਰਹੀਆਂ ਨੇ, ਉਹਨਾਂ ਦੀ ਡਾਇਰੈਕਸ਼ਨ ਹੁੰਦੀ ਆ ਐਂਟੀ ਕਲੌਕਵਾਈਜ਼ ਇਨ ਨਦਰਨ ਹੈਮੀਸਫੀਅਰ ਐਂਡ ਕਲੌਕਵਾਈਜ਼ ਇਨ ਸਦਰਨ ਹੈਮੀਸਫੀਅਰ। ਇਹਦੇ ਪਿੱਛੇ ਕਾਰਨ ਕੀ ਹੈ? ਇਹਦੇ ਪਿੱਛੇ ਕਾਰਨ ਹੈ ਜੀ ਅਰਥ ਦੀ ਰੋਟੇਸ਼ਨ, ਕੋਰੀਓਲਿਸ ਫੋਰਸ, ਜੋ ਆਪਾਂ ਜਿਓਗ੍ਰਾਫੀ ਦੀ ਕਲਾਸਿਸ ਦੇ ਵਿੱਚ ਡਿਸਕਸ ਕਰਾਂਗੇ। ਉਹਨਾਂ ਦੇ ਕਾਰਨ ਹੀ, ਕੋਰੀਓਲਿਸ ਫੋਰਸ ਕਰਕੇ ਕਹਿ ਲਓ, ਅਰਥ ਦੀ ਰੋਟੇਸ਼ਨ ਕਰਕੇ ਕਹਿ ਲਓ, ਵੀ ਜਿਹੜੇ ਸਾਈਕਲੋਨਸ ਨੇ ਜੋ ਨਦਰਨ ਹੈਮੀਸਫੀਅਰ ਦੇ ਵਿੱਚ ਹੁੰਦੇ ਨੇ, ਉਹਨਾਂ ਦੀ ਜੋ ਡਾਇਰੈਕਸ਼ਨ ਆ ਉਹ ਐਂਟੀ ਕਲੌਕਵਾਈਜ਼ ਹੋ ਜਾਂਦੀ ਹੈ, ਤੇ ਸਦਰਨ ਹੈਮੀਸਫੀਅਰ ਵਾਲੇ ਸਾਈਕਲੋਨਸ ਦੀ ਡਾਇਰੈਕਸ਼ਨ ਕਲੌਕਵਾਈਜ਼ ਹੋ ਜਾਂਦੀ ਹੈ। ਵੈਰੀ ਇੰਪੋਰਟੈਂਟ। ਦੈਨ ਟਾਈਪਸ ਆਫ ਸਾਈਕਲੋਨਸ on the basis of their geographical location, ਜਿੱਥੇ ਸਾਨੂੰ ਕਿੱਥੇ ਮਿਲਦੇ ਨੇ ਉਹ। ਸਾਈਕਲੋਨਸ ਆਰ ਆਫ ਟੂ ਟਾਈਪਸ। ਸਾਈਕਲੋਨਸ ਦੋ ਤਰ੍ਹਾਂ ਦੇ ਨੇ ਜੀ। ਕਿਹੜੇ ਕਿਹੜੇ ਨੇ? ਫਸਟ ਵਨ ਇਜ਼ ਟ੍ਰੋਪੀਕਲ ਸਾਈਕਲੋਨਸ, ਦੋਜ਼ that develop in tropical region, that is between tropics of Cancer and Capricorn। ਜਿਵੇਂ ਹੁਣ ਆਹ ਅਸੀਂ ਗੱਲ ਕਰ ਲਈਏ, ਜਿਵੇਂ ਆਹ ਡਾਇਰੈਕਟ ਇੱਥੇ ਫਿਗਰ ਬਣੀ ਹੋਈ ਹੈ, ਸਾਨੂੰ ਪਤਾ ਕਿ ਇਕੁਏਟਰ ਆਲਮੋਸਟ ਇੱਥੋਂ ਦੀ ਲੰਘਦਾ ਹੈ ਨਾ। ਸੋ ਆਹ ਵਾਲਾ ਜੋ ਇੱਥੋਂ ਸਾਡਾ ਹੈਗਾ ਅਰਾਊਂਡ ਟ੍ਰੋਪਿਕ ਆਫ ਕੈਂਸਰ, ਠੀਕ ਹੈ ਜੀ। ਤੇ ਆਹ ਜੋ ਇੱਥੋਂ ਦੀ ਜਾਂਦਾ ਇਹ ਹੈ ਸਾਡਾ ਟ੍ਰੋਪਿਕ ਆਫ ਕੈਪਰੀਕੋਰਨ।
ठीक है, मतलब इन्हां दोनों ट्रॉपिक्स ਦੇ ਵਿੱਚ ਵਾਲਾ ਜੋ ਏਰੀਆ ਜਿਹਨੂੰ ਅਸੀਂ ਟ੍ਰੋਪੀਕਲ ਰੀਜਨ ਕਹਿੰਦੇ ਆ, ਉਹਨੇ ਏਰੀਆ ਦੇ ਵਿੱਚ ਹੀ ਸਾਨੂੰ ਟ੍ਰੋਪੀਕਲ ਸਾਈਕਲੋਨ ਮਿਲਣਗੇ। ਵੈਰੀ ਇੰਪੋਰਟੈਂਟ। ਤੇ ਇਹਨਾਂ ਲਈ ਕੁਝ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਨੇ, ਜਿਵੇਂ ਸੀ ਟੈਂਪਰੇਚਰ ਅਬਵ 27 ਡਿਗਰੀ ਚਾਹੀਦਾ, ਇਸੇ ਤਰ੍ਹਾਂ ਸਾਨੂੰ ਇੱਕ ਮਿਨੀਮਮ ਕੋਰੀਓਲਿਸ ਫੋਰਸ ਚਾਹੀਦੀ ਇਹਨਾਂ ਦੇ ਓਰੀਜਨ ਹੋਣ ਦੇ ਲਈ। ਜੋ ਵਾਟਰ ਬੋਡੀ ਹੈ ਜਿਹਦੇ ਉੱਪਰ ਸਾਈਕਲੋਨ ਡਿਵੈਲਪ ਹੋਣਾ, ਉਹਦਾ ਇੱਕ ਮਿਨੀਮਮ ਅਮਾਊਂਟ ਆਫ ਉੱਥੇ ਮਿਨੀਮਮ ਟੈਂਪਰੇਚਰ ਵੀ ਸਾਨੂੰ ਚਾਹੀਦਾ ਹੈ ਨਾ। ਵਿੰਡ ਦੀ ਜੋ ਸਪੀਡ ਆ ਉਹ ਵੀ ਇੱਕ ਮਿਨੀਮਮ ਅਮਾਊਂਟ ਆਫ ਸਪੀਡ ਚਾਹੀਦੀ ਹੁੰਦੀ ਹੈ। ਪਲੱਸ ਇਹਨਾਂ ਨੂੰ ਆਪਾਂ ਡਿਫਰੈਂਟ ਨੇਮਸ ਤੋਂ ਜਾਣਦੇ, ਜਿਹੜੇ ਟ੍ਰੋਪੀਕਲ ਸਾਈਕਲੋਨਸ ਨੇ ਦੇ ਆਰ ਕਾਲਡ ਵਿਦ ਡਿਫਰੈਂਟ ਨੇਮਸ ਇਨ ਡਿਫਰੈਂਟ ਰੀਜਨਸ। ਕਿਹੜੇ ਕਿਹੜੇ ਨੇ ਜੀ ਉਹ? ਜੇ ਆਪਾਂ ਗੱਲ ਕਰੀਏ ਅਲੋਂਗ ਦਾ ਕੋਸਟ ਆਫ ਚਾਈਨਾ ਕਹਿ ਲਈਏ, ਜਾਂ ਆਪਾਂ ਜੋ ਸਾਡਾ ਪੈਸੀਫਿਕ ਓਸ਼ਨ ਆ ਜਾਂਦਾ ਨਦਰਨ ਪੈਸੀਫਿਕ, ਉੱਥੇ ਇਹਨਾਂ ਨੂੰ ਕਿਹਾ ਜਾਂਦਾ ਜੀ ਟਾਈਫੂਨਸ। ਠੀਕ ਹੈ ਜੀ। ਤੇ ਫਿਰ ਆਸਟ੍ਰੇਲੀਆ 'ਚ ਇਹਨਾਂ ਨੂੰ ਆਸਟ੍ਰੇਲੀਆ ਵਾਲੇ ਰੀਜਨ ਕਿਹਾ ਜਾਂਦਾ ਜੀ ਵਿਲੀਵਿਲੀਜ਼। ਇੰਡੀਆ 'ਚ ਤਾਂ ਆਪਾਂ ਨੂੰ ਪਤਾ ਸਾਈਕਲੋਨਸ ਹੀ ਕਹਿੰਦੇ ਆ, ਜਾਂ ਇੰਡੀਅਨ ਓਸ਼ਨ ਦਾ ਜੋ ਵੀ ਰੀਜਨ ਆ ਉੱਥੇ ਸਾਈਕਲੋਨਸ ਕਹਿੰਦੇ ਆ। ਦੈਨ ਜੋ ਆਪਣੇ ਕੋਲ ਅਮਰੀਕਾ ਵਾਲਾ ਰੀਜਨ ਆ ਜਾਂਦਾ ਅਟਲਾਂਟਿਕ ਓਸ਼ਨ ਜਾਂ ਪੈਸੀਫਿਕ, ਇੱਥੇ ਇਹਨਾਂ ਨੂੰ ਕਹਿੰਦੇ ਨੇ ਹਰੀਕੇਨਸ। ਇਹ ਨਾਂ ਵੀ ਤੁਹਾਨੂੰ ਪੁੱਛੇ ਜਾ ਸਕਦੇ ਨੇ ਕਿ ਟ੍ਰੋਪੀਕਲ ਸਾਈਕਲੋਨਸ ਨੂੰ ਕਿਹੜੇ ਰੀਜਨ ਦੇ ਵਿੱਚ ਕਿਹੜੇ ਨਾਮ ਤੋਂ ਬੁਲਾਇਆ ਜਾਂਦਾ। ਵੈਰੀ ਇੰਪੋਰਟੈਂਟ, ਤੁਹਾਨੂੰ ਪਤਾ ਹੋਣਾ ਚਾਹੀਦਾ ਇਹ। ਠੀਕ ਹੈ, ਇਹ ਤਾਂ ਹੋ ਗਏ ਟ੍ਰੋਪੀਕਲ ਸਾਈਕਲੋਨਸ ਵੀ ਕਿੱਥੇ ਆਪਾਂ ਨੂੰ ਮਿਲਦੇ ਨੇ। ਉਹਦੇ ਨਾਲ ਆਪਾਂ ਗੱਲ ਕਰੀਏ ਟੈਂਪਰੇਟ ਸਾਈਕਲੋਨਸ ਦੀ। ਟੈਂਪਰੇਟ ਸਾਈਕਲੋਨਸ ਸਾਨੂੰ ਮਿਲਦੇ ਨੇ ਟੈਂਪਰੇਟ ਰੀਜਨ ਦੇ ਵਿੱਚ। ਟੈਂਪਰੇਟ ਰੀਜਨ ਹੁੰਦਾ ਜੀ ਹਾਈ ਲੈਟੀਟਿਊਡਸ ਵਾਲਾ, ਮਤਲਬ ਕਿ ਬਿਯੋਂਡ ਟ੍ਰੋਪਿਕਸ ਤੋਂ ਉੱਪਰ ਵਾਲਾ ਜਿਹੜਾ ਏਰੀਆ ਉਹਨੂੰ ਆਪਾਂ ਕਹਿ ਦਿੰਦੇ ਆ ਟੈਂਪਰੇਟ ਰੀਜਨ। ਜੇ ਆਪਾਂ ਇੱਥੇ ਆ ਮੰਨ ਲਈਏ ਕਿ ਅਰਥ ਹੈ, ਠੀਕ ਹੈ ਜੀ, ਆ ਜਾਂਦਾ ਸਾਡਾ ਇਕੁਏਟਰ, ਆ ਸਾਡਾ ਅਰਾਊਂਡ 23.5 ਡਿਗਰੀਜ਼ ਨਾਰਥ, ਆ ਸਾਡਾ 23.5 ਸਾਊਥ। ਇਹਨੂੰ ਅਸੀਂ ਕਹਿੰਦੇ ਨੇ ਟ੍ਰੋਪਿਕ ਆਫ ਕੈਂਸਰ, ਇਹਨੂੰ ਕਹਿੰਦੇ ਨੇ ਟ੍ਰੋਪਿਕ ਆਫ ਕੈਪਰੀਕੋਰਨ। ਠੀਕ ਹੈ ਜੀ। ਆਹ ਵਾਲਾ ਜੋ ਏਰੀਆ ਹੈਗਾ ਇਹ ਹੋ ਗਿਆ ਟ੍ਰੋਪੀਕਲ ਏਰੀਆ। ਸੋ ਇੱਥੇ ਸਾਨੂੰ ਟ੍ਰੋਪੀਕਲ ਸਾਈਕਲੋਨਸ ਮਿਲਣਗੇ। ਦੈਨ ਜੇ ਉਸ ਤੋਂ ਆਪਾਂ ਉੱਪਰ ਚੱਲਦੇ ਹਾਂ ਅਰਾਊਂਡ 66 ਡਿਗਰੀ ਨਾਰਥ ਤੱਕ ਤੇ 66 ਸਾਊਥ ਤੱਕ। ਆ ਜੋ ਸਾਡਾ ਏਰੀਆ ਹੈਗਾ ਇਹਨੂੰ ਅਸੀਂ ਕਹਿ ਦਿੰਦੇ ਆ ਟੈਂਪਰੇਟ ਰੀਜਨ। ਠੀਕ ਹੈ ਜੀ। ਜੋ ਰੈੱਡ ਵਾਲਾ ਗਾ ਇਟ ਇਜ਼ ਕਾਲਡ ਟੈਂਪਰੇਟ। ਟੈਂਪਰੇਟ ਏਰੀਆ। ਠੀਕ ਹੈ ਜੀ। ਇਹ ਜੋ ਟੈਂਪਰੇਟ ਏਰੀਆ ਹੈਗਾ ਇੱਥੇ ਸਾਨੂੰ ਟੈਂਪਰੇਟ ਸਾਈਕਲੋਨਸ ਮਿਲਣਗੇ, ਕਿਉਂਕਿ ਇਹਨੂੰ ਅਸੀਂ ਲੈਟੀਟਿਊਡਸ ਕਹਿੰਦੇ ਆ ਤਾਂ ਇਹਨੂੰ ਆਪਾਂ ਹਾਈ ਲੈਟੀਟਿਊਡਸ ਵੀ ਮੰਨ ਲੈਂਦੇ ਹਾਂ, ਕਿਉਂਕਿ 23 ਡਿਗਰੀ ਤੋਂ ਬਿਯੋਂਡ ਆ ਜਿਹੜੇ ਉਹ ਜ਼ਿਆਦਾ ਉੱਚੇ ਹੋ ਗਏ ਨਾ, ਹਾਈ ਲੈਟੀਟਿਊਡਸ ਹੋ ਗਏ। ਪਲੱਸ ਇਹਨਾਂ ਨੂੰ ਆਪਾਂ ਐਕਸਟਰਾ ਟ੍ਰੋਪੀਕਲ ਸਾਈਕਲੋਨਸ ਵੀ ਕਹਿ ਦਿੰਦੇ ਹਾਂ। ਕਿਉਂ? ਕਿਉਂਕਿ ਟ੍ਰੋਪੀਕਲ ਰੀਜਨ ਤੋਂ ਬਾਹਰ ਬਣਦੇ ਨੇ। ਪਲੱਸ ਟੈਂਪਰੇਟ ਸਾਈਕਲੋਨਸ ਨੂੰ ਅਸੀਂ ਫਰੰਟਲ ਸਾਈਕਲੋਨਸ ਵੀ ਕਹਿੰਦੇ ਹਾਂ। ਕਿਉਂ? ਕਿਉਂਕਿ ਇਹਨਾਂ ਦਾ ਜੋ ਓਰੀਜਨ ਦਾ ਮੈਕੈਨਿਜ਼ਮ ਆ ਨਾ, ਉਹਦੇ 'ਚ ਦੋ ਡਿਫਰੈਂਟ ਏਅਰ ਮਾਸਿਸ ਨੇ ਜਿਹੜੇ ਉਹ ਕੋਲਾਈਡ ਕਰਦੇ ਨੇ, ਜਿਨ੍ਹਾਂ ਨੂੰ ਅਸੀਂ ਡਿਫਰੈਂਟ ਏਅਰ ਮਾਸਿਸ ਨੂੰ ਫਰੰਟ ਵੀ ਕਹਿ ਦਿੰਦੇ ਹਾਂ। ਦੋ ਡਿਫਰੈਂਟ ਫਰੰਟ, ਇੱਕ ਦਾ ਟੈਂਪਰੇਚਰ ਜ਼ਿਆਦਾ ਹੁੰਦਾ, ਇੱਕ ਦਾ ਕੰਪੈਰੇਟਿਵਲੀ ਘੱਟ ਹੁੰਦਾ, ਉਹ ਦੋਨੋਂ ਇੱਕ ਦੂਸਰੇ ਨਾਲ ਕੋਲਾਈਡ ਕਰਦੇ ਨੇ, ਜਿਹਦੇ ਕਰਕੇ ਟੈਂਪਰੇਟ ਸਾਈਕਲੋਨਸ ਫਾਰਮ ਹੁੰਦੇ ਨੇ। ਉਹ ਵੈਸੇ ਡਿਟੇਲ 'ਚ ਜਿਓਗ੍ਰਾਫੀ 'ਚ ਪੜ੍ਹਾਂਗੇ, ਬਟ ਇੰਨਾ ਕੁ ਧਿਆਨ ਰੱਖ ਲਓ ਵੀ ਇਹਨਾਂ ਨੂੰ ਅਸੀਂ ਟੈਂਪਰੇਟ, ਐਕਸਟਰਾ ਟ੍ਰੋਪੀਕਲ, ਹਾਈ ਲੈਟੀਟਿਊਡ ਪਲੱਸ ਫਰੰਟਲ ਸਾਈਕਲੋਨਸ, ਇਹ ਸਾਰੇ ਨਾਂ ਟੈਂਪਰੇਟ ਸਾਈਕਲੋਨਸ ਦੇ ਨੇ। ਠੀਕ ਹੈ। Temperate develop in a temperate region or in high latitudes. These are also called extra tropical cyclones. Extra tropical cyclones or frontal cyclones ਵੀ ਕਹਿੰਦੇ ਇਹਨਾਂ ਨੂੰ। ਠੀਕ ਹੈ ਜੀ। ਫਿਰ ਹੁਣ ਆਪਾਂ ਗੱਲ ਕਰ ਲਈਏ ਮੈਂਡੋਸ ਦੀ, ਜੋ ਆਪਣਾ ਸਾਈਕਲੋਨ ਜਿਹੜਾ ਨਿਊਜ਼ ਦੇ ਵਿੱਚ ਆ। ਇਟ ਇਜ਼ ਅ ਸਲੋ ਮੂਵਿੰਗ ਟ੍ਰੋਪੀਕਲ ਸਾਈਕਲੋਨ। ਸਾਨੂੰ ਪਤਾ ਕਿ ਟ੍ਰੋਪੀਕਲ ਏਰੀਆ ਦਾ ਸਾਈਕਲੋਨ ਹੈ, ਕਿਉਂਕਿ ਜਿਹੜਾ ਸਾਡੇ ਏਰੀਆ ਨੂੰ ਅਫੈਕਟ ਕਰ ਰਿਹਾ ਉਹ ਟ੍ਰੋਪੀਕਲ ਸਾਈਕਲੋਨ ਹੈ, ਬਿਕੋਜ਼ ਇੰਡੀਆ ਇਜ਼ ਪਾਰਟ ਆਫ ਟ੍ਰੋਪਿਕਸ। It recently struck the eastern coast of India, very important। ਕਿਹੜੀ ਕੋਸਟ ਦੇ ਵਿੱਚ ਆਇਆ ਜੀ? ਈਸਟਰਨ ਕੋਸਟ, ਮਤਲਬ ਕਿ ਬੇ ਆਫ ਬੰਗਾਲ
ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਜਿਹੜਾ ਮੈਂਡੋਸ ਸਾਈਕਲੋਨ ਸੀ ਉਹ ਅਰੇਬੀਅਨ ਸੀ ਦਾ ਸਾਈਕਲੋਨ ਸੀ ਜਾਂ ਬੇ ਆਫ ਬੰਗਾਲ ਦਾ ਸਾਈਕਲੋਨ ਸੀ। ਇਹ ਬੇ ਆਫ ਬੰਗਾਲ ਦਾ ਸਾਈਕਲੋਨ ਸੀ ਕਿਉਂਕਿ ਇਹਨੇ ਤਮਿਲਨਾਡੂ, ਪੁਡੂਚੇਰੀ ਇਹਨਾਂ ਏਰੀਆਜ਼ ਨੂੰ ਥੋੜਾ ਬਹੁਤ ਅਫੈਕਟ ਕੀਤਾ। ਠੀਕ ਹੈ ਜੀ। ਦੈਨ ਫਿਰ ਆਪਾਂ ਗੱਲ ਕਰੀਏ ਮੈਂਡੋਸ ਸਾਈਕਲੋਨ ਆ ਜਿਹੜਾ, ਦ ਨੇਮ ਮੈਂਡੋਸ ਇਜ਼ ਗਿਵਨ ਬਾਈ, ਇਟ ਇਜ਼ ਗਿਵਨ ਬਾਈ UAE, ਯੂਨਾਈਟਿਡ ਅਰਬ ਐਮੀਰੇਟ। UAE ਨੇ ਇਹ ਨੇਮ ਦਿੱਤਾ ਜੀ। ਤੇ ਫਿਰ ਆਪਾਂ ਗੱਲ ਕਰੀਏ ਜੋ ਟ੍ਰੋਪੀਕਲ ਸਾਈਕਲੋਨਸ ਨੇ ਜੋ ਇੰਡੀਅਨ ਓਸ਼ਨ 'ਚ ਆਉਂਦੇ ਨੇ ਉਹਨਾਂ ਦਾ ਜੋ ਨੋਮਨਕਲੇਚਰ ਆ ਉਹ ਕੌਣ ਡਿਸਾਈਡ ਕਰਦਾ, ਉਹਨਾਂ ਦੇ ਨਾਂ ਕੌਣ ਡਿਸਾਈਡ ਕਰਦਾ, ਉਹਦੇ ਲਈ ਕੋਈ ਸਪੈਸੀਫਿਕ ਬੋਡੀ ਆ ਜਾਂ ਜੋ ਨੇਸ਼ਨਸ ਨੇ ਉਹ ਆਪਣੀ ਮਰਜ਼ੀ ਨਾਲ ਨਾਂ ਦੇ ਦਿੰਦੇ ਨੇ। ਇਹਨਾਂ ਲਈ ਇੱਕ ਸਪੈਸੀਫਿਕ ਬੋਡੀ ਬਣੀ ਹੋਈ ਹੈ ਜੀ। ਹਰ ਇੱਕ ਕੋਈ ਵੀ ਸਾਈਕਲੋਨ ਆ ਕਿਤੇ ਵੀ ਕਿਸੇ ਵੀ ਰੀਜਨ ਦੇ ਵਿੱਚ ਉਹ ਬਣ ਰਿਹਾ ਤਾਂ ਉਹਨਾਂ ਦੇ ਲਈ ਨਾ ਰੀਜਨਲ ਬੋਡੀਜ਼ ਬਣੀਆਂ ਹੋਈਆਂ ਨੇ ਰੀਜਨਲ ਬੇਸਿਨਸ ਦੇ ਅਕੋਰਡਿੰਗ, ਜਿਨ੍ਹਾਂ ਦੇ ਵਿੱਚ ਉੱਥੋਂ ਦੇ ਮੈਂਬਰ ਨੇਸ਼ਨਸ ਹੁੰਦੇ ਨੇ ਜੋ ਉਸ ਏਰੀਆ ਨੂੰ ਸਰਾਊਂਡ ਕਰਦੇ ਨੇ ਤੇ ਉਹ ਸਾਰੇ ਨਾਮ ਪ੍ਰਪੋਜ਼ ਕਰਦੇ ਨੇ। ਠੀਕ ਹੈ। ਸੋ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਦੀ ਜੋ ਏਸ਼ੀਆ ਪੈਸੀਫਿਕ ਦੇ ਲਈ ਕਮਿਸ਼ਨ ਆ ਉਹਨਾਂ ਦਾ, ਜਾਂ ਆਪਾਂ ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਮਿਸ਼ਨ ਫॉर ਏਸ਼ੀਆ ਪੈਸੀਫਿਕ ਕਹਿ ਦਈਏ, ਇਹ ਇੱਕ 13 ਕੰਟਰੀਜ਼ ਦਾ ਮੈਂਬਰ ਆ ਜਿਹਦੇ ਚ ਏਸ਼ੀਅਨ ਰੀਜਨ ਦੀਆਂ 13 ਕੰਟਰੀਜ਼ ਪਾਰਟਿਸਿਪੇਟ ਕਰਦੀਆਂ ਨੇ। ਉਹਨਾਂ ਨੂੰ ਇਕੱਠੇ ਕਰਕੇ ਗਰੁੱਪ ਬਣਿਆ ਤੇ ਈਚ ਕੰਟਰੀ ਆ ਜਿਹੜੀ ਇਸ ਗਰੁੱਪ ਦੇ ਵਿੱਚ provides a list of names to WMO ਔਰ Economic and Social Commission for Asia Pacific। ਇਹਨਾਂ ਦਾ ਇੱਕ ਪੈਨਲ ਆ ਔਨ ਟ੍ਰੋਪੀਕਲ ਸਾਈਕਲੋਨਸ। ਠੀਕ ਹੈ ਜੀ। ਇਸ ਬੋਡੀ ਦਾ ਇੱਕ ਪੈਨਲ ਆ, ਪੈਨਲ ਔਨ ਟ੍ਰੋਪੀਕਲ ਸਾਈਕਲੋਨਸ। ਉਸ ਪੈਨਲ ਨੂੰ ਇਹ ਜਿਹੜੇ 13 ਮੈਂਬਰ ਨੇ ਇਹ ਆਪਣੀਆਂ ਨੇਮ ਦੀਆਂ ਸਾਈਕਲੋਨਸ ਦੇ ਡਿਫਰੈਂਟ ਨੇਮਸ ਦੀਆਂ ਲਿਸਟਸ ਪ੍ਰੋਵਾਈਡ ਕਰ ਦਿੰਦੇ ਨੇ ਕਿ ਜੇ ਕੋਈ ਸਾਈਕਲੋਨ, ਮਤਲਬ ਕਿ ਅਸੀਂ ਸਾਈਕਲੋਨ ਨੂੰ ਇਹ ਨੇਮ ਦਿੰਦੇ ਆ, ਬਾਕੀ ਸਾਰੇ ਆਪਣੇ ਅਕੋਰਡਿੰਗ 5 ਤੋਂ 7 ਜਾਂ 8-10 ਨਾਂ ਆਪਦੀ ਲਿਸਟ ਬਣਾ ਕੇ ਇਸ ਪੈਨਲ ਨੂੰ ਦੇ ਦਿੰਦੇ ਨੇ ਤੇ ਫਾਈਨਲੀ ਇਸ ਪੈਨਲ ਨੇ ਉਹਨਾਂ ਨੂੰ ਐਕਸੈਪਟ ਕਰਕੇ ਉਹਨਾਂ ਦੇ ਵਿੱਚੋਂ ਨਾਮ ਚੂਜ਼ ਕਰਨਾ ਹੁੰਦਾ। ਠੀਕ ਹੈ। ਦਿਸ ਪੈਨਲ ਦੈਨ ਫਾਈਨਲਾਈਜ਼ ਦਾ ਲਿਸਟ। ਇਨੀਸ਼ੀਅਲੀ ਦਿਸ ਗਰੁੱਪ ਹੈਡ 8 ਮੈਂਬਰਸ। ਪਹਿਲਾਂ ਇਹਦੇ 'ਚ 8 ਮੈਂਬਰ ਸੀ। 2018 ਦੇ ਵਿੱਚ 5 ਹੋਰ ਮੈਂਬਰ ਇਹਦੇ 'ਚ ਐਡ ਕਰ ਦਿੱਤੇ ਗਏ ਨੇ ਤੇ ਜਿਹਦੇ ਕਰਕੇ ਉਹਨੇ 13 ਮੈਂਬਰ ਨੇ ਤੇ 13 ਮੈਂਬਰ ਆਪਣੀ ਲਿਸਟ ਪ੍ਰੋਵਾਈਡ ਕਰਦੇ ਨੇ ਇਸ ਪੈਨਲ ਨੂੰ ਤੇ ਜਿਹੜਾ ਅੱਗੇ ਉਹਨਾਂ ਦੇ ਨਾਮਸ ਨੂੰ ਫਾਈਨਲ ਕਰਦਾ। ਆਹ ਮੈਂਬਰ ਨੇ ਜੀ, ਬੰਗਲਾਦੇਸ਼ ਹੈ, ਇੰਡੀਆ ਹੈ, ਬੰਗਲਾਦੇਸ਼, ਇੰਡੀਆ, ਈਰਾਨ, ਮਾਲਦੀਵਜ਼, ਮਿਆਂਮਾਰ, ਓਮਾਨ, ਪਾਕਿਸਤਾਨ, ਕਤਰ, ਸਾਊਦੀ ਅਰੇਬੀਆ, ਸ਼੍ਰੀਲੰਕਾ, ਥਾਈਲੈਂਡ, UAE ਐਂਡ ਯਮਨ। ਠੀਕ ਹੈ ਜੀ। ਇਹ 13 ਮੈਂਬਰ ਨੇ ਜਿਹੜੇ ਆਪਣੇ ਨਾਮਸ ਦੀ ਲਿਸਟ ਇਸ ਪੈਨਲ ਨੂੰ ਦਿੰਦਾ ਤੇ ਉਸ ਪੈਨਲ ਨੇ ਉਹ ਲਿਸਟ ਨੂੰ ਬਾਅਦ ਚੋਂ ਐਕਸੈਪਟ ਕਰਕੇ ਉਹਨਾਂ ਚੋਂ ਨੇਮ ਚੂਜ਼ ਕਰਨਾ ਹੁੰਦਾ। ਜਿਵੇਂ ਹੁਣ ਆਪਾਂ ਗੱਲ ਕੀਤੀ ਆ ਮੈਂਡੋਸ ਦੀ, ਆ ਰਿਹਾ UAE ਦਾ ਜੋ ਨੇਮ ਪ੍ਰੋਵਾਈਡਡ ਹੈ ਮੈਂਡੋਸ। ਇਸ ਤੋਂ ਪਹਿਲਾਂ ਆਪਣੇ ਕੋਲੇ ਇੱਕ ਨਿਸਰਗਾ ਸਾਈਕਲੋਨ ਆਇਆ ਸੀ 1-1.5 ਸਾਲ ਪਹਿਲਾਂ, ਉਹ ਬੰਗਲਾਦੇਸ਼ ਦਾ ਨਾਮ ਸੀ ਤੇ ਇਹ ਜਿਹੜੇ ਅੱਗੇ ਵਾਲੇ ਹੋਰ ਆਉਣਗੇ ਉਹ ਇਹਨਾਂ ਦੇ ਵਿੱਚੋਂ ਚੂਜ਼ ਕੀਤੇ ਜਾਣਗੇ। ਠੀਕ ਹੈ। ਜਿਹੜੇ ਵੀ ਕੰਟਰੀਜ਼ ਦੇ ਹੈਗੇ ਨੇ ਨੇਮ ਪ੍ਰੋਵਾਈਡ ਕੀਤੇ ਹੋਏ। ਸੋ ਇਹ ਮੈਕੈਨਿਜ਼ਮ ਆ ਕਿਵੇਂ ਉਹਨਾਂ ਦਾ ਨੋਮਨਕਲੇਚਰ ਡਿਸਾਈਡ ਹੁੰਦਾ। ਦੈਨ ਇਹਦੇ ਰਿਲੇਟਡ ਇੱਕ ਹੋਰ ਟੌਪਿਕ ਆ ਸਾਈਕਲੋਨਸ ਦੇ ਰਿਲੇਟਡ, ਦੈਟ ਇਜ਼ ਐਂਟੀ ਸਾਈਕਲੋਨਸ। ਐਂਟੀ ਸਾਈਕਲੋਨ ਦਾ ਮਤਲਬ ਸਾਨੂੰ ਉਹਦੇ ਨਾਂ ਤੋਂ ਹੀ ਪਤਾ ਲੱਗ ਰਿਹਾ ਜੋ ਸਾਈਕਲੋਨ ਦਾ ਐਂਟੀ ਹੈ, ਮਤਲਬ ਜਿਵੇਂ ਸਾਈਕਲੋਨ ਚੱਲਦਾ ਉਹਦੇ ਤੋਂ ਉਲਟ ਚੱਲਣਾ ਐਂਟੀ ਸਾਈਕਲੋਨ ਨੇ। ਜੇ ਅਸੀਂ ਪੜ੍ਹਿਆ ਕਿ ਸਾਈਕਲੋਨ ਦੇ ਵਿੱਚ ਸੈਂਟਰ ਦੇ ਵਿੱਚ ਲੋ ਪ੍ਰੈਸ਼ਰ ਹੁੰਦਾ ਤਾਂ ਐਂਟੀ ਸਾਈਕਲੋਨ ਦੇ ਵਿੱਚ ਸੈਂਟਰ ਦੇ ਵਿੱਚ ਹਾਈ ਪ੍ਰੈਸ਼ਰ ਹੋਊ। ਦੈਟ ਮੀਨਸ ਜੇ ਸੈਂਟਰ ਦੇ ਵਿੱਚ ਹਾਈ ਪ੍ਰੈਸ਼ਰ ਆ ਤਾਂ ਜਿਹੜੀ ਏਅਰ ਆ, ਜਿਹੜੀ ਵਿੰਡਸ ਨੇ ਉਹ ਸੈਂਟਰ ਤੋਂ ਬਾਹਰ ਨੂੰ ਚੱਲਣਗੀਆਂ ਇਨ ਐਂਟੀ ਸਾਈਕਲੋਨਸ, ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੀ ਏਅਰ ਆ ਉਹ ਹਮੇਸ਼ਾ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਜਾਂਦੀ ਆ। ਐਂਟੀ ਸਾਈਕਲੋਨ ਦੇ ਸੈਂਟਰ ਦੇ ਵਿੱਚ ਹਾਈ ਪ੍ਰੈਸ਼ਰ ਆ ਤਾਂ ਜਿਹੜੀ ਏਅਰ ਆ, ਜਿਹੜੀ ਵਿੰਡਸ ਨੇ ਉਹ ਸੈਂਟਰ ਤੋਂ ਆਊਟਵਰਡਸ ਮੂਵ ਕਰਨਗੀਆਂ। ਸਾਈਕਲੋਨ ਦੇ ਵਿੱਚ ਟੂਵਰਡਸ ਸੈਂਟਰ ਹੁੰਦੀਆਂ ਸੀ, ਐਂਟੀ ਸਾਈਕਲੋਨ 'ਚ ਅਵੇ ਫਰੋਮ ਦਾ ਸੈਂਟਰ ਹੋ। ਠੀਕ ਹੈ ਜੀ। ਫਿਰ ਆਪਾਂ ਇਹਨਾਂ ਦੀ ਡਾਇਰੈਕਸ਼ਨ ਦੀ ਗੱਲ ਕਰ ਲਈਏ। ਸਾਈਕਲੋਨਸ ਦੀ ਡਾਇਰੈਕਸ਼ਨ ਸਾਨੂੰ ਪਤਾ ਕਿ ਨਦਰਨ ਹੈਮੀਸਫੀਅਰ ਦੇ ਵਿੱਚ ਐਂਟੀ ਕਲੌਕਵਾਈਜ਼ ਸੀ, ਸਦਰਨ 'ਚ ਕਲੌਕਵਾਈਜ਼ ਸੀ। ਐਂਟੀ ਸਾਈਕਲੋਨਸ ਦੀ ਡਾਇਰੈਕਸ਼ਨ ਆ ਜਿਹੜੀ ਨਦਰਨ ਹੈਮੀਸਫੀਅਰ ਦੇ ਵਿੱਚ ਕਲੌਕਵਾਈਜ਼ ਹੋਊ, ਸਦਰਨ ਹੈਮੀਸਫੀਅਰ ਦੇ ਵਿੱਚ ਐਂਟੀ ਕਲੌਕਵਾਈਜ਼ ਹੋਊ। ਠੀਕ ਹੈ ਜੀ। ਤੇ ਜਿਹੜਾ ਸਾਈਕਲੋਨ ਆ ਉਹ ਆਪਾਂ ਨੂੰ ਪਤਾ ਉਹਦੇ 'ਚ ਕਲਾਊਡੀ ਵੈਦਰ ਹੁੰਦਾ। ਜਦੋਂ ਸਾਈਕਲੋਨ ਬਣਦੇ ਨੇ ਤਾਂ ਮੀਂਹ ਪੈਂਦਾ ਹੈ ਨਾ। ਲੋ ਪ੍ਰੈਸ਼ਰ ਆ, ਰਾਈਜ਼ਿੰਗ ਵਾਰਮ ਮੋਇਸਟ ਏਅਰ, ਕਿਉਂਕਿ ਜਦੋਂ ਵੀ ਲੋ ਪ੍ਰੈਸ਼ਰ ਹੋਊਗਾ ਤਾਂ ਏਅਰ ਉੱਪਰ ਰਾਈਜ਼ ਕਰੂ। ਲੋ ਪ੍ਰੈਸ਼ਰ ਮਤਲਬ ਹੌਲੀ ਏਅਰ ਉੱਪਰ ਰਾਈਜ਼ ਕਰੂ ਤਾਂ ਬੱਦਲ ਬਣਨਗੇ ਤਾਂ ਮੀਂਹ ਪਊਗਾ। ਬਟ ਜਿਹੜਾ ਐਂਟੀ ਸਾਈਕਲੋਨ ਉਹਦੇ 'ਚ ਆਪਾਂ ਨੂੰ ਪਤਾ ਹਾਈ ਪ੍ਰੈਸ਼ਰ ਆ,
ਜਿੱਥੇ ਵੀ ਹਾਈ ਪ੍ਰੈਸ਼ਰ ਹੋਊ ਉੱਥੇ ਕਲੀਅਰ ਸਨੀ ਵੈਦਰ ਹੋਊ, ਸਕਾਈ ਕਲੀਅਰ ਹੋਊ। ਠੀਕ ਹੈ ਜੀ। ਏਅਰ ਆ ਜਿਹੜੀ ਭਾਰੀ ਏਅਰ ਆ, ਹਾਈ ਪ੍ਰੈਸ਼ਰ ਆ, ਮਤਲਬ ਕਿ ਡਿਸੈਂਡ ਕਰੂ। ਲੋ ਪ੍ਰੈਸ਼ਰ ਹਲਕੀ ਏਅਰ ਉੱਪਰ ਨੂੰ ਜਾਂਦੀ ਆ, ਭਾਰੀ ਏਅਰ ਹਾਈ ਪ੍ਰੈਸ਼ਰ ਮਤਲਬ ਭਾਰੀ ਏਅਰ ਆ, ਉੱਪਰੋਂ ਏਅਰ ਡਿਸੈਂਡ ਕਰ ਰਹੀ ਆ, ਨੀਚੇ ਨੂੰ ਆ ਰਹੀ ਹੈ, ਜਿਹਦੇ ਕਰਕੇ ਕੋਈ ਬੱਦਲ ਨਹੀਂ ਬਣਦੇ, ਡਰਾਈ ਏਅਰ ਹੁੰਦੀ ਹੈ, ਮੀਂਹ ਨਹੀਂ ਪੈਂਦਾ ਤੇ ਕਲੀਅਰ ਵੈਦਰ ਹੁੰਦਾ। ਇਹ ਐਂਟੀ ਸਾਈਕਲੋਨਸ ਹੋ ਗਏ, ਉਹ ਸਾਈਕਲੋਨਸ ਹੋ ਗਏ। ਠੀਕ ਹੈ ਜੀ। ਦਿਸ ਵਾਜ਼ ਆਲ ਅਬਾਊਟ ਟ੍ਰੋਪੀਕਲ ਸਾਈਕਲੋਨਸ। ਤੇ ਹੁਣ ਜੋ ਵੀ ਇਹਦੇ ਰਿਗਾਰਡਿੰਗ ਕੁਐਸਚਨ ਸੀ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਓ ਤੇ ਆਪਾਂ ਉਹਨਾਂ ਨੂੰ ਬਾਅਦ ਚੋਂ ਡਿਸਕਸ ਕਰਾਂਗੇ। ਤੇ ਜੋ ਸਾਡੀ ਨੈਕਸਟ ਕਲਾਸ ਹੋਊ ਉਹਨੂੰ ਫਿਰ ਇਸੇ ਤਰ੍ਹਾਂ ਜਿਵੇਂ ਸਾਡੀ ਪਹਿਲਾਂ ਸੀਰੀਜ਼ ਚੱਲ ਰਹੀ ਆ ਉਸੇ ਤਰ੍ਹਾਂ ਕੰਟੀਨਿਊ ਕਰਾਂਗੇ ਜੀ। ਸੋ ਥੈਂਕ ਯੂ ਵੈਰੀ ਮਚ।